वाहिगुरु जी का खालसा वाहिगुरु जी की फतेह। चवर छत्र तख्तां दे मालक गुरता गद्दी ते सुभाएमान पातशाह साहिब श्री गुरु ग्रंथ साहिब जियां दी पावन हजूरी विच दूरों नेड़ेों चल करके जुड़ बैठे माई भाई सारे ही धन्नता दे योग हो। आओ जिन्ना भी समा प्राप्त होए है सतगुरां दे प्रेम दे विच इनू सफला बनाइए। कल दे प्रकरणां विच आप जी ने सरवण कीता भाई मरदाना जी जिन्हां तो झंडा वेढ़ी जी पुछदे ने तुहाडे गुरु दा लिबास किहड़ा है। आखदे आ मेरे सतगुर अतीत होके रहिंदे ने। इन्हां वचनां नूं सुन के झंडा आखण लग्या जे वो अतीत साधु ने फिर गृहस्थियां दे घुर रोटी किवें खा सकदे। उदास ना भाई मरदाना जी कहते नहीं मेरे सतगुर जी इन्हां सारियां तो उच्चे ने। वो अवस्था करके अतीत हन कोई भेस उन्हां दा पक्का नहीं है। बाग विच गए फल तोड़े ने कुछ भोजन तैयार किया है। इन्ने समय दौरान भाई मरदाना पुछदे ने वो सज्जण कौन सी जो मैनूं तुहाडे घर छड्ड के गया। भाई झंडा जी आखन लगे उहदा नाम है इंद्रसैन। इस नगर दा राजा सुदरसैन उहदा भाणजा लगदा इंद्रसैन। मामा उहदा राजा है पर यह साधु है। असीं इकट्ठे बैठ के परमात्मा की बंदगी करते हैं नाम ते आउंदे हां। बचन करते करते सतगुरां दे पास आए मत्था टेकिया है। गुरु नानक पातशाह जी आखदे आ सत करतार बैठो पर नाम की गल चली संत जी भोजन कर लो। गुरु नानक पातशाह कहते भोजन भी कर लांगे भाई कला नाम जपना नहीं परमेश्वर को पछाणना भी है। इत्थों तक आप जियां दे पावन प्रसंगां दा आनंद माणिया। आओ कुछ समा मन चित बिरतियां नूं एकाग्र चित बनाइए। पाओ प्रेम दी सांझ बख्शो आसीस गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। सुनो संत जी मिल गुण गावे भोजन हित अबलाख बदावे। जगत गुरु गुरु नानक साहब महाराज सुभाविक रसना तो भाई झंडा जी नूं आखदे ने तैनूं करतार चेते आवे। हाथ जोड़ के झंडा जी आखण लगे संत जी आओ आप इकट्ठे बह के उस प्रभु परमात्मा के गुणों को गा लईए। भाव भाई झंडा पहला तो ही सतसंग नाल जुड़िया होया है। इंद्रसैन की संगत विच बह के परमात्मा के गुण गाउंदा है प्रभु की आराधना करदा है। गुरु बाबा जी नूं आखण लगे संत जी मेरा चित करदा है आप रब दे गुण गाइए परमेश्वर दे गीत गाइए। हमको मिल है जब गुरपूरा सो लखवाए
ਆਤਮਾ ਰੂਰਾ। ਗੁਰੂ ਬਾਬਾ ਜੀ ਆਖਣ ਲੱਗੇ ਭਾਈ ਜਿਸ ਪਰਮਾਤਮਾ ਨੂੰ ਯਾਦ ਕਰਦੇ ਹੋ ਉਹਨੂੰ ਕਦੇ ਪਛਾਣੋ ਵੀ। ਭਾਈ ਝੰਡਾ ਹੱਥ ਜੋੜ ਕੇ ਆਖਣ ਲੱਗੇ ਬਾਬਾ ਜਦੋਂ ਗੁਰੂ ਪੂਰਾ ਜੀਵਨ ਵਿੱਚ ਮਿਲ ਗਿਆ ਉਹ ਹੀ ਜਣਾ ਸਕਦਾ ਹੈ, ਉਹ ਹੀ ਪਹਿਚਾਣ ਕਰਾ ਸਕਦਾ। ਬਾਣੀ ਦਾ ਫੈਸਲਾ ਹੈ ਗੁਰਬਿਨ ਘੂਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ। ਗੁਰੂ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨਾ ਪਾਵੇ। ਗੁਰੂ ਬਿਨਾ ਮੁਕਤੀ ਨਹੀਂ ਹੋਣੀ, ਗੁਰੂ ਬਿਨਾ ਰਸਤਾ ਨਹੀਂ ਪਤਾ ਲੱਗਣਾ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਭਾਈ ਝੰਡਾ ਜੀ ਆਖਣ ਲੱਗੇ ਸੱਚੇ ਪਾਤਸ਼ਾਹ ਜਦੋਂ ਤੱਕ ਕੋਈ ਸਿਆਣਾ ਪੂਰਾ ਗੁਰੂ ਨਹੀਂ ਮਿਲਦਾ ਮੈਂ ਉਦੋਂ ਤੱਕ ਪਰਮਾਤਮਾ ਦੀ ਪਛਾਣ ਦੱਸੋ ਕਿਵੇਂ ਕਰ ਲਵਾਂ। ਬੇਵੱਸ ਹਾਂ, ਇੰਨੀ ਪਹੁੰਚ ਨਹੀਂ ਪਰਮੇਸ਼ਰ ਨੂੰ ਜਾਣ ਸਕਾਂ। ਸ੍ਰੀ ਨਾਨਕ ਤਬ ਬਚਨ ਉਚਾਰਾ ਕਹਿ ਕੀ ਸੰਗਤ ਮੇਲ ਤੁਮਾਰਾ। ਗੁਰੂ ਨਾਨਕ ਪਾਤਸ਼ਾਹ ਜੀ ਬੜੇ ਪਿਆਰ ਵਿੱਚ ਪੁੱਛਦੇ ਆ, ਕਹਿੰਦੇ ਝੰਡਿਆ ਇਹਦੀ ਸੰਗਤ ਕਰਦਾ ਕਿਉਂਕਿ ਰੰਗ ਚੜਿਆ ਹੋਇਆ ਕਿਸੇ ਨਾਲ ਤੇ ਜੁੜਿਆ ਹੋਣਾ। ਗੁਰੂ ਬਾਬਾ ਜੀ ਕਹਿੰਦੇ ਆ ਕਿੰਨਾ ਦੀ ਸੰਗਤ ਕਰਦੇ ਹੋ, ਕਿੰਨਾ ਕੋਲ ਬੈਠ ਕੇ ਪ੍ਰਭੂ ਦੇ ਗੀਤ ਗਾਉਂਦੇ ਹੋ, ਗੁਣ ਗਾਉਂਦੇ ਹੋ। ਝੰਡਾ ਬੇਡੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਰਸਨਾ ਤੋਂ ਇਹਨਾਂ ਬਚਨਾਂ ਨੂੰ ਸੁਣਿਆ ਬੜੀ ਸ਼ਰਧਾ ਬੜੀ ਭਾਵਨਾ ਦੇ ਨਾਲ। ਉਹ ਹੱਥ ਜੋੜ ਕੇ ਦੱਸਣਾ ਚਾਹੁੰਦਾ ਹੈ ਕਿਉਂਕਿ ਉਹਦੇ ਤੇ ਚੜਿਆ ਹੋਇਆ ਰੰਗ ਭਾਈ ਮਰਦਾਨਾ ਜੀ ਨੂੰ ਹੀ ਦੱਸਿਆ। ਸੰਗਤ ਦਾ ਅਸਰ ਹਰ ਇੱਕ ਮਨੁੱਖ ਤੇ ਹੁੰਦਾ ਹੈ। ਸੰਗਤ ਕੈਸੀ ਹੋਵੇ, ਭਾਵੇਂ ਬੁਰੀ ਹੈ ਭਾਵੇਂ ਚੰਗੀ ਹੈ ਭਾਵੇਂ ਕਿਸੇ ਸਤਿਪੁਰਸ਼ ਦੀ ਹੈ। ਸੰਗਤ ਦਾ ਪ੍ਰਭਾਵ ਮਨੁੱਖਾ ਸਰੀਰ ਤੇ ਮਨੁੱਖਾ ਜੀਵਨ ਤੇ ਦਿਸਦਾ ਹੈ। ਅੰਤਰਜਾਮੀ ਪ੍ਰੀਤਮ ਆਖਣ ਲੱਗੇ ਪਿਆਰਿਆ ਦੱਸਦੇ ਸਹੀ ਕਿਹਦੀ ਸੰਗਤ ਵਿੱਚ ਉੱਠਦਾ ਬੈਠਦਾ, ਕਿਹਦੇ ਨਾਲ ਸਤ ਸੰਗ ਕਰਦਾ ਏ। ਝੰਡਾ ਕਹੈ ਭੂਪ ਭਗਨੀ ਸੁਤ ਭਗਤ ਕਰੈ ਮਿਲ ਕੇ ਤੇ ਸੰਜਤ। ਆਖਣ ਲੱਗੇ ਗਰੀਬ ਨਵਾਜ ਇੱਥੋਂ ਦਾ ਰਾਜਾ ਸੁਦਰ ਸੈਨ ਉਹਦੀ ਭੈਣ ਦਾ ਪੁੱਤਰ ਜਿਹਦਾ ਨਾਮ ਹੈ ਇੰਦਰ ਸੈਨ ਰਾਜੇ ਦਾ ਭਾਣਜਾ। ਗਰੀਬ ਨਵਾਜ ਮੈਂ ਉਹਦੀ ਸੰਗਤ ਕਰਦਾ ਹਾਂ, ਉਹਦੇ ਨਾਲ ਬਹਿ ਕੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ। ਭਾਈ ਝੰਡਾ ਜੀ ਨੂੰ ਜੋੜਨ ਵਾਲੇ ਇੰਦਰ ਸੈਨ ਜੀ ਹਨ। ਇਹੋ ਹੀ ਸੱਜਣ ਹੈ ਜੋ ਭਾਈ ਮਰਦਾਨਾ ਜੀ ਨੂੰ ਅਜਨਬੀ ਬਣ ਕੇ ਝੰਡਾ ਜੀ ਦੇ ਘਰ ਤੱਕ ਛੱਡ ਕੇ ਉਹਨੇ ਜਾਂਦਿਆਂ ਵੀ ਨਹੀਂ ਗਿਆ ਵੀ ਆਪਣੇ ਕੋਲ ਹੀ ਬਹਿ ਕੇ ਸਿੱਖਦਾ ਹੁੰਦਾ। ਹੜ ਨਹੀਂ ਮਾਰੀ ਕੋਈ ਜੁੜਿਆ ਹੋਇਆ ਉਹਦਾ ਚੁੱਪ ਰਹਿਣਾ, ਉਹਦਾ ਸ਼ਾਂਤ ਰਹਿਣਾ। ਭਾਈ ਮਰਦਾਨਾ ਜੀ ਨੂੰ ਇਸ ਕਦਰ ਭਾ ਗਿਆ ਸੀ ਤਾਂ ਪੁੱਛਦੇ ਸੀ ਝੰਡਿਆ ਕੌਣ ਸੀ ਉਹ ਜੋ ਮੈਨੂੰ ਤੇਰੇ ਘਰ ਛੱਡ ਕੇ ਗਿਆ। ਬਹੁਤਾ ਬੋਲਣ ਵਾਲਿਆਂ ਦੀ ਕਦੇ ਕਿਤੇ ਕਿਸੇ ਥਾਂ ਕਦਰ ਨਹੀਂ ਹੁੰਦੀ, ਚੁੱਪ ਰਹਿਣ ਵਾਲਿਆਂ ਬਾਰੇ ਦੁਨੀਆ ਪਿੱਠ ਪਿੱਛੋਂ ਵੀ ਪੁੱਛਦੀ ਹੈ। ਹੁਣ ਇੱਥੇ ਜ਼ਿਕਰ ਦੁਬਾਰਾ ਹੋ ਗਿਆ ਇੰਦਰ ਸੈਨ ਦਾ। ਪਹਿਲਾਂ ਤੇ ਭਾਈ ਮਰਦਾਨਾ ਜੀ ਨੇ ਪੁੱਛਿਆ ਉਦੋਂ ਹੋਇਆ, ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਪੁੱਛਦੇ ਆ ਵੀ ਤੇਰੇ ਤੇ ਰੰਗ ਚੜਿਆ ਹੋਇਆ ਹੈ, ਤੇਰੇ ਤੇ ਅਸਰ ਲੱਗਦਾ ਰੱਬ ਦੇ ਪਿਆਰ ਦਾ, ਇਹਦੀ ਸੰਗਤ ਕਰ। ਕਹਿੰਦੇ ਮਰਦ ਰਾਜੇ ਦਾ ਜਿਹੜਾ ਭਾਣਜਾ ਨਾ ਭਣੇਵਾ ਹੈ ਉਹ ਸੰਗਤ ਕਰਦਾ ਹੈ, ਸਾਧੂਆਂ ਦੀ ਕਰਦਾ ਹੈ। ਕੋਈ ਸਾਧੂ ਮਹਾਂਪੁਰਖ ਨਗਰ ਦੇ ਨੇੜੇ ਤੇੜੇ ਆਵੇ ਘਰ ਲੈ ਆਉਂਦਾ ਹੈ, ਦਿਨ ਰਾਤ ਉਹਨਾਂ ਦੀ ਸੇਵਾ ਕਰਦਾ, ਮਹਿਮਾਨ ਨਵਾਜ਼ੀ ਕਰਦਾ ਏ, ਹਰ ਵੇਲੇ ਰੱਬ ਨੂੰ ਚੇਤੇ ਕਰਦਾ ਏ। ਸ੍ਰੀ ਗੁਰ ਭੰਨੈ ਅਸਨ ਜੋ ਆਨਾ ਜਾਂ ਕੋ ਕਰਿਓ ਪੰਜ ਸਥਾਨਾ। ਇੰਨੇ ਬਚਨਾਂ ਤੋਂ ਬਾਅਦ ਗੁਰੂ ਬਾਬਾ ਜੀ ਕਹਿੰਦੇ ਭੋਜਨ ਲੈ ਕੇ ਆਇਓ। ਕਹਿੰਦੇ ਹਾਂਜੀ ਪਾਤਸ਼ਾਹ ਆਪ ਜੀ ਪ੍ਰਵਾਨ ਕਰੋ। ਸਾਹਿਬ ਜੀ ਕਹਿੰਦੇ ਫਿਰ ਪਿਆਰੇ ਝੰਡਿਆ ਨਾਮ ਆ ਉਹਨਾਂ ਦਾ, ਇਹਨੂੰ 5 ਹਿੱਸਿਆਂ 'ਚ ਵੰਡ ਦਿਓ। ਮਹਿਮਾਨਵਾਜ਼ੀ ਤੇ ਹੋਈ ਆ। ਗੁਰੂ ਸਾਹਿਬ ਕਹਿੰਦੇ 5 ਹਿੱਸਿਆਂ 'ਚ ਵੰਡ ਦਿਓ। ਭਾਈ ਮਰਦਾਨਾ ਵੇਖੇ ਵੀ ਬੰਦੇ ਤੇ 4 ਅਜਬਾ ਲੱਗਦਾ। ਜਦੋਂ ਬਹੁਤੀ ਭੁੱਖ ਲੱਗੀ ਹੋਵੇ ਨਾ ਉਦੋਂ 3 ਤੋਂ ਕੋਈ ਚੌਥਾ ਵੀ ਨਾ ਗਿਣਦੇ ਤੇ ਫਿਕਰ ਪੈ ਜਾਂਦਾ ਹੁੰਦਾ ਵੀ ਵੱਡਿਆ ਜਾਊ ਸਮਾਨ। ਭਾਈ ਝੰਡਾ ਜੀ ਕਹਿੰਦੇ 7 ਬਚਨ, ਉਹਨਾਂ ਇੱਕ ਵਾਰ ਵੀ ਸਵਾਲ ਨਹੀਂ ਕੀਤਾ ਵੀ ਮਹਾਰਾਜ ਹੈ ਤੇ ਆਪਾਂ 4 ਹੀ ਆ, ਭਾਈ ਬਾਲਾ ਜੀ, ਗੁਰੂ ਨਾਨਕ ਸਾਹਿਬ ਮਹਾਰਾਜ, ਭਾਈ ਮਰਦਾਨਾ ਜੀ ਤੇ ਭਾਈ ਝੰਡਾ ਜੀ, 4 ਹੀ ਤੇ ਹੈ ਗਿਣਤੀ।
ਸਤਿਗੁਰ ਕਹਿੰਦੇ 5 ਹਿੱਸੇ ਕਰ ਦਿਓ। ਇਹ ਭੋਜਨ ਨੂੰ 5 ਥਾਂ ਉੱਤੇ ਪਰੋਸਿਆ ਜਾਵੇ। ਇੱਕ ਭਾਗ ਕੋ ਅਸਨ ਜੋ ਹੋਏ, ਮਰਦਾਨੇ ਕੋ ਦੀਜੈ ਕਿ ਸੋਏ। ਮਰਦਾਨਾ ਜੀ ਦੇ ਮਨ ਵਿੱਚ ਫੁਰਨਾ ਆ ਗਿਆ ਸੀ ਵੀ 5ਵਾਂ ਗਾਉਣ ਆ ਗਿਆ ਵੀ ਭੋਜਨ ਤੇ ਮੈਂ ਲੈ ਕੇ ਆਇਆ। ਮੈਂ ਗਿਆ ਸੀ, ਗੁਰੂ ਬਾਬਾ ਜੀ ਦਿਲ ਦੀ ਜਾਣ ਕੇ ਕਹਿੰਦੇ ਝੰਡਾ ਜੀ ਇੱਕ ਹਿੱਸਾ ਭਾਈ ਮਰਦਾਨੇ ਨੂੰ ਵੱਧ ਦੇ ਦਿਓ, ਇਹਨਾਂ ਨੂੰ ਛਕਾਓ ਪਹਿਲਾਂ, ਭੁੱਖ ਤੇ ਲੱਗੀ ਹੋਈ। ਭੁੱਖ ਕਰਕੇ ਤੇ ਕਿਹਾ ਸੀ ਮਹਾਰਾਜ ਮੈਨੂੰ ਆਗਿਆ ਦਿਓ ਮੈਂ ਸ਼ਹਿਰ 'ਚ ਜਾ ਆਵਾਂ, ਕਿਹਦੇ ਘਰ ਜਾਵਾਂ। ਗੁਰੂ ਬਾਬਾ ਜੀ ਨੇ ਜਦੋਂ ਹੁਕਮ ਕੀਤਾ, ਭਾਈ ਝੰਡਾ ਜੀ ਨੇ ਉਹ ਥਾਲ ਅੱਗੇ ਕਰਤਾ ਭਾਈ ਮਰਦਾਨਾ ਜੀ। ਕਹਿੰਦੇ ਗੁਰਮੁਖੋ ਭੋਜਨ ਪ੍ਰਬੰਧ ਕਰੋ, ਛਕੋ। ਭੁੱਖ ਲੱਗੀ ਹੋਣੀ, ਹੁਣ ਭੋਜਨ ਵੇਖ ਚਿੱਤ ਕਰਦਾ ਹੁਣੀ ਛਕੋ। ਖੁਸ਼ਬੂ ਆ ਰਹੀ ਹੈ, ਫਲਾਂ ਦੀ ਮਹਿਕ ਆਉਂਦੀ ਹੈ। ਗੁਰੂ ਬਾਬਾ ਜੀ ਨੇ ਵੀ ਫੇਰ ਆਖਿਆ ਮਰਦਾਨਾ ਜੀ ਰੱਜ ਕੇ ਭੋਜਨ ਕਰ ਲਵੋ। ਦਰਸੈਨ ਕੋ ਲਿਓ ਬਲਾਏ, ਭੋਜਨ ਪੁੰਨ ਤੁਮਾਰਿਆ ਮਖਾਏ। ਹੁਣ 5 ਹਿੱਸੇ ਸੀ। ਭਾਈ ਮਰਦਾਨਾ ਪਾਣੀ ਮਨ ਸੋਚਦੇ ਆ, ਪੁੱਛਦੇ ਹੈ ਨਹੀਂ ਵੀ 5ਵਾਂ ਕੌਣ ਹੈ। ਇਹ 5ਵਾਂ ਕੌਣ ਆਊਗਾ, ਕੌਣ ਖਾਊ। ਅੰਤਰਜਾਮੀ ਪ੍ਰੀਤਮ ਕਹਿੰਦੇ ਭਾਈ ਝੰਡਾ ਜੀ ਇੰਦਰ ਸੈਨ ਜੀ ਨੂੰ ਜਾ ਕੇ ਲੈ ਕੇ ਆਓ। ਕੌਣ, ਜੋ ਰਾਜੇ ਦਾ ਭਾਣਜਾ ਹੈ, ਜਿਹਦਾ ਸੰਗ ਭਾਈ ਝੰਡੇ ਨੇ ਕੀਤਾ। ਭਾਈ ਝੰਡਾ ਜੀ ਦਾ ਇਹ ਗੁਰੂ ਕਹਿ ਲਓ, ਜਿਹਨੇ ਨੂੰ ਸੰਗਤ ਵਾਲੇ ਪਾਸੇ ਲਾਇਆ, ਗੁਰੂ ਵਾਲਾ ਬਣਾਇਆ, ਨਾਮ ਜਪਣ ਲਾਇਆ, ਬੰਦਗੀ ਕਰਨ ਲਾਇਆ। ਕਹਿੰਦੇ ਜੀ ਸਾਡੇ ਇਹੀ ਚਾਹੁੰਦੇ ਸੀ ਭਾਈ ਮਰਦਾਨਾ ਮਨ ਵਿੱਚ ਵੀ ਜੋ ਸੱਜਣ ਮੈਨੂੰ ਛੱਡ ਕੇ ਗਿਆ ਉਹਨੂੰ ਮੈਂ ਮਿਲਾਂ ਕਿਵੇਂ। ਆਖੋ ਸਤਨਾਮ। ਸਬੱਬ ਬਣਾਤਾ ਨਾ ਗੁਰੂ ਪਾਤਸ਼ਾਹ, ਸੱਚੇ ਦਿਲੋਂ ਚਾਹਿਆ ਸੀ ਨਾ ਮੁਲਾਕਾਤ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇੰਦਰ ਸੈਨ ਨੂੰ ਸਦਾ ਦੇ ਦਿਓ, ਇਕੱਠੇ ਬਹਿ ਕੇ ਭੋਜਨ ਛਕਾਂਗੇ। ਆਏ ਸੁਮਾਨ ਕੀਨ ਪੰਜ ਭਾਗਾ, ਏਕ ਭਾਗ ਦੇਵਨ ਤਬ ਲਾਗਾ। 5 ਹਿੱਸਿਆਂ ਵਿੱਚ ਭੋਜਨ ਡਿਵਾਈਡ ਕੀਤਾ ਗਿਆ। ਇੱਕ ਹਿੱਸਾ ਭਾਈ ਮਰਦਾਨਾ ਜੀ ਦੇ ਸਾਹਮਣੇ ਕੀਤਾ। ਕਹਿੰਦੇ ਬਾਬਾ ਮੈਂ ਨਹੀਂ ਛਕਣਾ, ਕਿਉਂਕਿ ਜਿੱਥੇ ਪ੍ਰੇਮ ਦੀ ਗੱਲ ਆ ਤੇ ਜਿੱਥੇ ਵੰਡ ਕੇ ਛਕਣ ਦੀ ਗੱਲ ਆ ਜੇ, ਇਕੱਠੇ ਬਹਿ ਕੇ ਖਾਣ ਦੀ ਗੱਲ ਆ ਜੇ ਨਾ, ਉੱਥੇ ਕੱਲਿਆਂ ਮੁੜ ਕੀ ਲਾਂਗੇ। ਗੁਰਮੁਖਾਂ ਦਾ ਸੁਭਾਅ ਹੁੰਦਾ ਹੈ ਜਦ ਵੀ ਛਕਦੇ ਆ ਵੰਡ ਕੇ ਛਕਦੇ ਆ, ਇੱਕ ਦੂਜੇ ਨੂੰ ਸਾਹਮਣੇ ਬਿਠਾ ਕੇ ਲੰਗਰ ਵਿੱਚ ਛਕਦੇ ਆ। ਕਹਿੰਦੇ ਪਹਿਲਾਂ ਤੂੰ ਛਕ, ਮੈਂ ਫੇਰ ਖਾਊਂ, ਫੇਰ ਛਕ। ਹੁਣ ਭਾਈ ਝੰਡਾ ਜੀ ਸਤਿਗੁਰਾਂ ਦਾ ਬਚਨ ਮੰਨ ਕੇ ਉੱਠ ਪਏ ਨੇ, ਲੈਣ ਵਾਸਤੇ ਚੱਲੇ ਨੇ ਇੰਦਰ ਸੈਨ ਜੀ ਨੂੰ। ਪਰ ਭਾਈ ਮਰਦਾਨਾ ਜੀ ਦਾ ਚਿੱਤ ਨਹੀਂ ਕਰਦਾ ਮੈਂ ਇਕੱਲਾ ਭੋਜਨ ਛਕਾਂ। ਬੇਸ਼ੱਕ ਭੁੱਖ ਅੰਤਾਂ ਦੀ ਲੱਗੀ ਹੈ, ਇੱਜ਼ਤ ਸਤਿਕਾਰ ਉਸ ਗੁਰਮੁਖ ਦਾ ਕਿੰਨਾ ਹੈ, ਉਹਦੀ ਉਡੀਕ ਕਰਦੇ ਨੇ। ਨਹਿਲੇ ਮਰਦਾਨਾ ਕਹੇ, ਤੁਮ ਖਾਵੋ ਮੈਂ ਖਾਉ। ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਬੜੇ ਪਿਆਰ ਵਿੱਚ ਵਾਪਸ ਕਰਦੇ ਹੋਏ ਭਾਈ ਮਰਦਾਨਾ ਕਹਿੰਦੇ ਪਾਤਸ਼ਾਹ ਮਾਫ ਕਰਿਓ, ਮੈਂ ਕਦੇ ਆਪ ਜੀ ਦਾ ਬਚਨ ਨਹੀਂ ਮੋੜਿਆ। ਆਹ ਥਾਲ ਮੈਂ ਫੇਰ ਛਕ ਲਾਂਗਾ, ਪਹਿਲਾਂ ਆਪ ਛਕੋ। ਅੱਜ ਭਾਈ ਬਾਲਾ ਜੀ ਮੁਸਕਰਾਉਂਦੇ ਆ ਵੇਖ ਕੇ ਵੀ ਅੱਗੇ ਤੇ ਕਦੇ ਕਿਹਾ ਨਹੀਂ ਬਾਬਾ ਵੀ ਤੁਸੀਂ ਵੀ ਨਾਲ ਚੱਲੋ, ਹਮੇਸ਼ਾ ਹੀ ਕਹਿੰਦੇ ਭੁੱਖ ਲੱਗੀ ਤੁਹਾਨੂੰ ਕਿਹੜਾ ਲੱਗਦੀ ਹੈ। ਅੱਜ ਰੰਗ ਐਸਾ ਚੜ ਗਿਆ ਸੰਗਤ ਦਾ, ਪ੍ਰਭਾਵ ਐਸਾ ਪੈ ਗਿਆ ਉਹਨਾਂ ਸੱਜਣਾ ਦਾ, ਚਿੱਤ ਕਰਦਾ ਏ ਉਹਨਾਂ ਦੇ ਦੀਦਾਰ ਕਰਾਂ, ਉਹਨਾਂ ਦੇ ਕੋਲ ਬੈਠਾ ਰੱਬ ਦੀਆਂ ਗੱਲਾਂ ਸੁਣਾ। ਭਾਵ ਇੰਦਰ ਸੈਨ ਜੀ ਬੰਦਗੀ ਵਾਲੀ ਰੂਹ। ਮਰਦਾਨਾ ਜੀ ਕਹਿੰਦੇ ਪਾਤਸ਼ਾਹ ਪਹਿਲਾਂ ਆਪ ਕੋਲ ਲਾਓ, ਆਪ ਜੀ ਪ੍ਰਵਾਨ ਕਰੋ। ਗੁਰੂ ਭਨੈ ਤੁਝ ਭੂਖ ਬੋ, ਖਾਵੋ ਕਰਨ ਹਟਾਓ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਭੋਜਨ ਨਾ ਮੋੜ, ਤੈਨੂੰ ਅੰਤਾਂ ਦੀ ਭੁੱਖ ਲੱਗੀ ਹੋਈ ਹੈ। ਭੋਜਨ ਪਿੱਛੇ ਤੂੰ ਬਾਜ਼ਾਰ ਗਿਆ, ਭੋਜਨ ਪਿੱਛੇ ਤੂੰ ਰੌਲਾ ਪਾਇਆ ਸੀ, ਹੁਣ ਤੇਰੇ ਸਾਹਮਣੇ ਥਾਲ ਵਿੱਚ ਭੋਜਨ ਪਰੋਸਿਆ ਤੇ ਤੂੰ ਕਹਿੰਦਾ ਮਹਾਰਾਜ ਮੈਂ ਨਹੀਂ ਛਕਣਾ, ਤੁਸੀਂ ਛਕੋ। ਮਹਾਰਾਜ ਕਹਿੰਦੇ ਏਦਾਂ ਠੁਕਰਾਓ। ਮਰਦਾਨਿਆ ਭੋਗ ਲੱਗਿਆ ਹੋਇਆ ਹੈ, ਤੂੰ ਛਕ ਲਿਆ ਅਸੀਂ ਛਕ ਲਿਆ, ਕੋਈ ਫਰਕ ਨਹੀਂ। ਜੋ ਪਈ ਸੋਣ ਬਾਚੇ ਅਚਿਓ ਅਸਨ ਮਰਦਾਨੇ, ਔਰ ਧਰ ਸਭ ਤਿਸੈ ਸਥਾਨੇ। ਗੁਰੂ ਨਾਨਕ ਸਾਹਿਬ ਜੀ ਦਾ ਬਚਨ ਫਿਰ ਭਾਈ ਮਰਦਾਨਾ ਜੀ ਨੇ ਦੂਜੀ ਵਾਰ ਨਹੀਂ ਮੋੜਿਆ, 7 ਬਚਨ ਕਹਿ ਕੇ ਭੋਜਨ ਛਕਣ ਲੱਗ ਪਏ। ਬੜਾ ਆਨੰਦ ਆਇਆ।
बड़ा रस आया। दो कारण ने, एक ते भोजन बनया बड़े प्रेम नाल। भाई झंडा जी की पत्नी ने नाम जपदे रब का भोजन बनाया है, बड़ी सुचमता नाल, बड़ी सादगी नाल, भी रब रत्तियां रूहां ने भोजन छकना। एक प्रेम नाल ते दूजा गुर सिख दे घर तो सच्ची सुची किरत दा भोजन है। ये तो है नहीं। प्रेम ते दुनिया चक्की फिरदी है, धार्मिक कथावां ते पाप करने वाला बंदा भी हथ जोड़ी फिरदा, मेरी अरदास करो, मेरे वालों सेवा, मेरे वालों लंगर। किसी ने किन्ने जीवन में पाप किए ने, किन्नियां गरीबां दा गल वड्डिया, सानूं थोड़ी पता। धर्म की थां ते पुन्नी ने भी भोजन छकाउणा ते पापी ने भी छकाउणा। बिरती बिरती का फर्क है। जेहो जी किसी की बिरती होएगी, ओहो जी रोटी खा के ओहो जी बुद्धि हो जी, ओहो जी बिरती बढ़। गुरमुखां दे घर तो भोजन आया। गुरमुख तो भाव जो रब नाल जुड़े हुए आ, रब नूं मनण वाले आ, बड़े आनंद सहत बड़े प्यार विच भिज के भाई मरदाना जी ने एक एक ग्राही, एक एक बुरकी, एक एक फल रस चख चख के छकिया। झंडा गयो बोलावण ताको, सुदर्शन नृप मातुल जाको। ਹੁਣ ਭਾਈ ਝੰਡਾ जी ਚੱਲ के आए ने भाई इंदर सैन ਨੂੰ ਬੁਲਾਉਣ ਵਾਸਤੇ, ਜਿਹਦਾ ਮਾਮਾ ਸੁਦਰਸੈਨ ਹੈ, ਇੱਥੋਂ ਦਾ ਰਾਜਾ ਹੈ। ਘਰੇ ਗਏ, ਘਰ ਨਾ ਮਿਲੇ। ਆਖਿਰਕਾਰ ਪਤਾ ਲੱਗਿਆ ਵੀ ਇੰਦਰ ਸੈਨ ਤੇ ਬਾਗ 'ਚ ਬੈਠੇ ਬੰਦਗੀ ਕਰਦੇ ਪਏ। ਰੱਬ ਦੇ ਪਿਆਰਿਆਂ ਦੇ ਟਿਕਾਣੇ ਉਹੀ ਹੁੰਦੇ ਆ, ਬੰਦਗੀ ਦੀਆਂ ਗਾਹਾਂ। ਤੇ ਦੁਨਿਆਵੀ ਲੋਕ ਮਨਮੁਖਾਂ ਦੇ ਟਿਕਾਣੇ ਤੁਹਾਨੂੰ ਪਤਾ ਕਿੱਥੇ ਕਿੱਥੇ ਮਿਲਦੇ, ਪੱਕੇ ਹੀ ਹੁੰਦੇ ਆ ਵੀ ਉਹ ਉਹਦੇ ਕੋਲ ਹੋਊ ਜਾਂ ਫਲਾਣੇ ਕੋਲ। ਗੁਰੂ ਨਾਨਕ ਸਾਹਿਬ ਮਹਾਰਾਜ ਦਾ ਭੇਜਿਆ ਹੋਇਆ ਸਿੱਖ ਭਾਈ ਝੰਡਾ ਬੇਟੀ ਪਾਖਰਗੀ ਦਾ ਪੁੱਤਰ ਇੰਦਰ ਸੈਨ ਨੂੰ ਲੱਭਦਾ ਲੱਭਦਾ ਉਹਨਾਂ ਦੇ ਬਾਗ ਪੁੱਜਿਆ ਏ। ਇੰਦਰ ਸੈਨ ਤਬ ਉਪਬਨ ਬੈਸਾ, ਏਸੋ ਬਚਨ ਉਚਾਰਿਓ ਐਸਾ। ਚੱਲਦੇ ਚੱਲਦੇ ਜਦੋਂ ਬਾਗ ਵਿੱਚ ਆਏ, ਵੇਖਿਆ ਇੱਕ ਮੰਜੀ ਪਈ ਆ, ਉਹਦੇ ਤੇ ਬੈਠੇ ਨੇ ਇੰਦਰ ਸੈਨ। ਬਾਗਾਂ ਦੀ ਸ਼ਾਨ, ਨੇਤਰ ਬੰਦ ਨੇ, ਹੱਥ ਜੋੜੇ ਨੇ, ਬੜੀ ਇਕਾਗਰਤਾ 'ਚ ਬੈਠੇ। ਭਾਈ ਝੰਡਾ ਜੀ ਕੋਲੇ ਆਏ, ਮੰਜੀ ਦੀ ਪੈਂਦਾਂ ਵਾਲੇ ਪਾਸੇ ਮੱਥਾ ਟੇਕੇ, ਕਿਉਂਕਿ ਬੰਦਗੀ ਵਾਲਾ ਸਿੱਖ ਹੈ, ਕੋਈ ਦਿਖਾਵਾ ਥੋੜੀ ਹੈ। ਰੱਬ ਨੂੰ ਜਪਣ ਵਾਲੇ ਰੱਬ ਵਰਗੇ ਹੋ ਜਾਂਦੇ ਨੇ, ਪਰ ਬਸ਼ਰਤ ਜਪਣ ਵਾਲਿਆਂ ਵਿੱਚ ਹਉਮੈ ਤੇ ਦਿਖਾਵਾ ਨਾ ਹੋਵੇ। ਨਮਸਕਾਰ ਕੀ ਇੰਦਰ ਸੈਨ ਜੀ ਨੇਤਰ ਖੋਲੇ, ਬੜੇ ਅਦਬ ਨਾਲ ਪੁੱਛਦੇ ਆ, ਕਹਿੰਦੇ ਹਾਂ ਪਿਆਰੇ ਸੱਜਣ ਝੰਡਾ ਜੀ, ਉਹਨਾਂ ਕਦੇ ਨਹੀਂ ਵੇਖਿਆ ਵੀ ਮੇਰਾ ਮਾਮਾ ਰਾਜਾ ਤੇ ਗਰੀਬ ਰਾਜਾ ਸਿੱਖ ਹੈ। ਸੋਚੇ ਹੀ ਨਹੀਂ ਕਰਦੇ। ਸੰਗਤ ਹੈ ਉਹਨਾਂ ਦੀ ਪਿਆਰ, ਕੋਈ ਵੱਡਾ ਨਹੀਂ ਕੋਈ ਛੋਟਾ ਨਹੀਂ, ਭਾਈਚਾਰਾ ਹੈ। ਭਾਈ ਝੰਡਾ ਜੀ ਕਹਿੰਦੇ ਸੰਤ ਆਏ ਹੋਏ ਜਿਹੜਾ ਗੁਰੂ ਮਹਾਰਾਜ, ਉਹਨਾਂ ਸੰਤਾਂ ਦਾ ਉਹ ਮਿੱਤਰ ਸੀ ਜਿਹਨੂੰ ਤੁਸੀਂ ਮੇਰੇ ਘਰ ਛੱਡਣੇ ਆਏ ਸੀ, ਤੁਹਾਨੂੰ ਯਾਦ ਕਰਦੇ। ਉਹਨੇ ਸੰਤ ਸ਼ਬਦ ਵਰਤਿਆ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਭਾਈ ਝੰਡਾ ਜੀ ਬਹੁਤਾ ਨਹੀਂ ਸੀ ਜਾਣਦੇ। ਇਹ ਜੀਵਨ ਦੀ ਪਹਿਲੀ ਮੁਲਾਕਾਤ ਹੈ, ਇਸ ਤੋਂ ਪਹਿਲਾਂ ਕਦੇ ਨਾਂ ਨਹੀਂ ਸੀ ਸੁਣਿਆ। ਰੱਬ ਰੱਬ ਤੇ ਕਰਦੇ ਆ, ਪਰ ਨਹੀਂ ਸੀ ਪਤਾ ਰੱਬ ਇਸ ਰੂਪ ਦੇ ਵਿੱਚ ਆਪ ਆ ਜਾਏਗਾ। ਚੱਲ ਬੜੇ ਅਦਬ ਦੇ ਨਾਲ ਆਖਣ ਲੱਗੇ, ਇੰਦਰ ਸੈਨ ਜੀ ਤੁਹਾਨੂੰ ਉਹ ਯਾਦ ਕਰਦੇ ਨੇ, ਚੇਤੇ ਕਰਦੇ ਨੇ, ਮੇਰੇ ਨਾਲ ਚੱਲੋ। ਕਰੈ ਹੇਤ ਜੇ ਗਿਆਨ ਧਿਆਨਾ, ਮਿਲਾ ਸੰਤ ਪੂਰਨ ਗਤ ਦਾਨਾ। ਤੇ ਫਿਰ ਉਸ ਵੇਲੇ ਇੰਦਰ ਸੈਨ ਪੁੱਛਦੇ ਆ, ਕਹਿੰਦੇ ਉਹ ਸੰਤ ਕੈਸੇ ਨੇ? ਜਾਣ ਦਾ ਫਾਇਦਾ ਤਾਂ ਇਹ ਜੀ ਬੰਦਗੀ ਵਾਲੇ ਆ। ਕਹਿੰਦਾ ਜੀ ਉਹ ਗਿਆਨ ਧਿਆਨ ਵਿੱਚ ਪੂਰੇ ਨੇ, ਕਰਮਾਂ ਵਿੱਚ ਸੂਰੇ ਨੇ, ਬੜੇ ਵੱਡੇ ਗੁਰੂ ਹਨ। ਆਓ ਆਪਾਂ ਬਹਿ ਕੇ ਉਹਨਾਂ ਨਾਲ ਬੰਦਗੀ ਦੀ ਗੱਲ ਕਰੀਏ, ਰੱਬ ਦੀ ਚਰਚਾ ਕਰੀਏ। ਕਿਉਂਕਿ ਨਾਮ ਜਪਣ ਵਾਲਾ ਇਹ ਵੇਖਦਾ ਵੀ ਦਿਖਾਵੇਬਾਜ਼ ਤੇ ਪਖੰਡੀ ਬੰਦੇ ਕੋਲ ਮੈਨੂੰ ਨਾ ਲੈ ਕੇ ਜਾਇਓ ਭਾਈ, ਮੇਰਾ ਸਮਾਂ ਵਿਅਰਥ ਹੁੰਦਾ, ਮੈਂ ਨਾਮ ਉਹਨੇ ਇਸੇ ਕਰਕੇ ਭਾਈ ਝੰਡਾ ਜੀ ਨੂੰ ਪੁੱਛਿਆ ਵੀ ਜੇ ਤੇ ਕੋਈ ਆਮ ਸਾਧਾਂ ਵਰਗਾ ਹੀ ਹੈ ਟਾਈਮ ਪਾਸ ਵਾਲਾ, ਫਿਰ ਰਹਿਣ ਦੇ। ਪਰ ਉਹ ਝੰਡਾ ਜੀ ਕਹਿੰਦੇ ਉਹ ਤੇ ਭਿੱਜੇ ਹੋਏ ਨੇ ਰੱਬ ਦੇ ਨਾਮ ਦੇ ਵਿੱਚ, ਆਪ ਪਰਿਪੂਰਨ ਮੈਨੂੰ ਪਰਮਾਤਮਾ ਲੱਗਦੇ ਨੇ, ਜਿਨ੍ਹਾਂ ਨੇ ਤੇਰਾ ਨਾਮ ਲੈ ਕੇ ਬੁਲਾਇਆ ਤੈਨੂੰ। ਆਓ ਚਲੀਏ ਗਿਆਨ ਦੀ ਗੋਸ਼ਟ ਕਰਦੇ ਆ। ਚਲੋ ਬਲਾਵਤ ਅਬ ਤਹ ਪਾਹੀ, ਤੁਮ ਬਿਨ ਅਸਨ ਅਚਤ ਸੋ ਨਾਹੀ। ਪਰ ਇੱਕ ਗੱਲ ਕਹਿ ਦਿੱਤੀ, ਜੇ ਤੁਸੀਂ ਨਹੀਂ ਜਾਓਗੇ ਤੇ ਉਹ ਸੰਤ ਮਹਾਂਪੁਰਖ ਤੁਹਾਡੇ ਬਿਨਾ ਭੋਜਨ ਨਹੀਂ ਛਕਣਗੇ। ਕਿੱਡੀ ਵੱਡੀ ਸ਼ਰਤ ਹੈ, ਜੋ ਜੀਵਨ ਵਿੱਚ ਕਦੇ ਮਿਲਿਆ ਹੀ ਨਹੀਂ ਉਸ ਸੱਜਣ ਦੇ ਨਾਲ। ਇੱਕ ਸ਼ਰਤ ਲਾ ਦਿੱਤੀ ਵੀ ਜੇ ਇੰਦਰ ਸੈਨ ਆਏਗਾ, ਇਹ ਉਹਦਾ ਹਿੱਸਾ ਹੈ, ਇਕੱਠੇ ਬਹਿ ਕੇ ਭੋਜਨ ਕਰਨ। ਜਦੋਂ ਇਹ ਬਚਨ ਸੁਣਿਆ ਨਾ,
ਇੰਦਰ ਸੈਨ ਜੀ ਬੜੇ ਪ੍ਰਭਾਵਿਤ ਹੋ ਗਏ ਵੀ ਐਸੇ ਕਿਹੜੇ ਮਹਾਂਪੁਰਖ ਨੇ ਜਿਹੜੇ ਮੇਰਾ ਨਾਮ ਵੀ ਜਾਣਦੇ ਆ ਤੇ ਮੇਰੇ ਹਿੱਸੇ ਦਾ ਭੋਜਨ ਵੀ ਕੱਢ ਕੇ ਬੈਠੇ ਆ, ਤੇ ਤੀਜੀ ਗੱਲ ਕਹਿੰਦੇ ਆ ਵੀ ਇਕੱਠੇ ਬਹਿ ਕੇ ਛਕਣਗੇ। ਬੜੀ ਵੱਡੀ ਗੱਲ ਹੈ। ਹੁਣ ਤੱਕ ਜਿੰਨੇ ਮਹਾਤਮਾ ਆਏ ਨੇ, ਜਿੰਨੇ ਸਾਧੂ ਆਏ ਨੇ, ਛਕ ਕੇ ਰਾਹੇ ਬਹਿ ਗਏ। ਕਿਸੇ ਨੇ ਰੋਟੀ ਖਵਾਈ, ਕਿਸੇ ਨੇ ਰਾਤ ਕਟਾਈ, ਕਿਸੇ ਨੇ ਵਸਤਰ ਦਿੱਤਾ, ਵਰ ਦੇ ਕੇ ਲੰਘਦੇ ਹੋਏ। ਅੱਜ ਤੱਕ ਤੇ ਕਿਸੇ ਨੇ ਕਿਹਾ ਹੀ ਨਹੀਂ ਵੀ ਕੋਲ ਬਹਿ ਕੇ ਖਾਣਾ। ਗੁਰਮੁਖਾਂ ਦੀ ਨਿਸ਼ਾਨੀ ਕੀ? ਨਾਮ ਜਪਣ ਵਾਲੀਆਂ ਰੂਹਾਂ ਦੀ ਨਿਸ਼ਾਨੀ ਹੋਏਗੀ ਜਦ ਵੀ ਭੋਜਨ ਛਕਣਗੇ ਦੂਜੇ ਨੂੰ ਕਹਿਣਗੇ ਤੂੰ ਕੋਲ ਬਹਿ ਕੇ ਛਕ, ਤਾਂ ਗੱਲ ਬਣ, ਇਕੱਲੇ ਨਹੀਂ ਖਾ ਸਕਦੇ। ਹੁਣ ਜਦੋਂ ਇਹ ਵਚਨ ਸੁਣੇ ਨਾ, ਬੜੇ ਪ੍ਰਭਾਵਿਤ ਕਰ ਗਏ ਅੰਦਰ ਨੂੰ, ਕਿਉਂਕਿ ਉਹ ਅੰਦਰੋਂ ਭਿੱਜਿਆ ਹੋਇਆ ਹੈ। ਜ਼ਿੰਦਗੀ 'ਚ ਕੋਈ ਤੇ ਮਿਲਿਆ ਜਿਹਨੇ ਆਖਿਆ ਵੀ ਮੇਰੇ ਕੋਲ ਬਹਿ ਕੇ ਛਕ, ਆ ਇਕੱਠੇ ਬੈਠਾਂਗੇ, ਗੱਲਾਂ ਕਰਾਂਗੇ। ਕਹਿੰਦੇ ਇਹਨਾਂ ਬਚਨਾਂ ਨੇ ਇੰਨਾ ਪ੍ਰਭਾਵਿਤ ਕੀਤਾ, ਝੰਡਾ ਜੀ ਨੇ ਉਹਨਾਂ ਨਮਸਕਾਰ ਕੀਤੀ, ਪਲੰਗੀ ਤੋਂ ਉੱਠ ਪਏ ਬਾਅਦ ਵਿੱਚ। ਕਹਿੰਦੇ ਚਲੋ ਮੈਂ ਵੀ ਉਸ ਪਿਆਰੇ ਸੱਜਣ ਦੇ ਦੀਦਾਰ ਕਰਾਂ ਜੋ ਮੈਨੂੰ ਚੇਤੇ ਕਰਦਾ ਏ। ਸੁਣ ਕਰ ਇੰਦਰ ਸੈਨ ਹਰ ਖਾਨਾ, ਜਨ ਪਿਆਸੇ ਕੋ ਸੁਦਾ ਮਿਲਾਨਾ। ਇੰਨੇ ਖੁਸ਼ ਹੋਏ ਭਾਈ ਇੰਦਰ ਸੈਨ ਜਿਵੇਂ ਕਿਸੇ ਪਿਆਸੇ ਨੂੰ ਪਾਣੀ ਮਿਲ ਗਿਆ ਹੋਵੇ ਤੇ ਭੁੱਖੇ ਨੂੰ 7 ਦਿਨਾਂ ਬਾਅਦ ਰੋਟੀ ਮਿਲ ਗਈ ਹੋਵੇ। ਚਾਹ ਦਾ ਰੋਟੀ ਤਾਂ ਨਹੀਂ, ਚਾਹ ਸਾਧੂਆਂ ਨੂੰ ਮਿਲਣ ਦਾ ਨਹੀਂ, ਚਾਹ ਤੇ ਇਸ ਗੱਲ ਦਾ ਏ ਕਿਸੇ ਨੇ ਨਾਮ ਲੈ ਕੇ ਆਵਾਜ਼ ਮਾਰੀ, ਕਿਸੇ ਨੇ ਆਖਿਆ ਕੋਲ ਬਹਿ ਕੇ ਛਕਾਂਗੇ ਵੰਡ ਕੇ। ਕਿੰਨੇ ਪਿਆਰ ਵਾਲੇ ਹੋਣਗੇ ਜਿਹੜੇ ਵੰਡ ਕੇ ਛਕਣਗੇ, ਕਿਉਂਕਿ ਵੰਡ ਕੇ ਖਾਣ ਵਾਲੇ ਤੁਹਾਨੂੰ ਬਹੁਤ ਘੱਟ ਮਿਲਣਗੇ। ਇਕੱਲੇ ਬਹਿ ਕੇ ਚੋਰੀ ਲੁਕੋ ਕੇ ਖਾਣ ਵਾਲੇ ਤੇ ਤੁਹਾਨੂੰ ਬਹੁਤ ਮਿਲ ਜਾਣਗੇ। ਸਿੱਖਾਂ 'ਚ ਵੀ ਬੜੇ ਵੀ ਜੋ ਆ ਗਿਆ ਇਕੱਲੇ ਹੀ ਛਕ ਨੂੰ ਲੁਕੋ ਕੇ ਖਾ ਲਓ, ਉਹ ਨਿਕਲ ਵੀ ਜਾਂਦਾ। ਪਰ ਵੰਡ ਕੇ ਛਕਣ ਵਾਲੇ ਬੜੇ ਸਾਧੂ ਘੱਟ ਹੋਣਗੇ, ਬੜੇ ਫਕੀਰ ਘੱਟ ਹੋਣਗੇ, ਬੜੇ ਸਿੱਖ ਘੱਟ ਹੋਣਗੇ, ਬੜੇ ਮਿਲਣਗੇ ਤੁਹਾਨੂੰ ਇਦਾਂ ਦੇ ਵੀ ਜਿਹੜੇ ਆਉਂਦੇ ਆ ਕਹਿੰਦੇ ਭਾਈ ਪਹਿਲਾਂ ਤੁਸੀਂ ਛਕੋ, ਅਸੀਂ ਫਿਰ ਛਕਾਂਗੇ, ਜੋ ਬਚਿਆ ਸਰਦਾ ਬਣਦਾ ਉਹ ਛਕਣਾ। ਤੇ ਉਹ ਭੋਜਨ ਬੜਾ ਆਨੰਦਮਈ ਹੁੰਦਾ ਏ। ਭਾਈ ਝੰਡਾ ਜੀ ਨਾਲ ਲੈ ਕੇ ਇੰਦਰ ਸੈਨ ਨੂੰ ਚੱਲੇ ਨੇ। ਇੰਦਰ ਸੈਨ ਜੀ ਦੇ ਮਨ ਵਿੱਚ ਬੜੇ ਬਲਬਲੇ, ਬੜੇ ਖਿਆਲ ਵੀ ਜੋ ਮੇਰਾ ਨਾਮ ਜਾਣਦੇ ਆ ਸੱਚਮੁੱਚ ਪੂਰੇ ਹੋਣਗੇ। ਜਿੰਨਾ ਮੇਰੇ ਹਿੱਸੇ ਦਾ ਭੋਜਨ ਵੀ ਰੱਖਿਆ ਹੋਇਆ ਹੈ, ਜਾ ਕੇ ਮੈਂ ਛਕ ਕੇ ਆਵਾਂ। ਉੱਠ ਕਰ ਗਮਨਿਓ ਤੂਰਨ ਸੰਗਾ, ਜਿਨ ਕੇ ਮਨ ਬੋ ਪ੍ਰੇਮ ਉਮੰਗਾ। ਜਿਨ੍ਹਾਂ ਦੇ ਮਨ ਵਿੱਚ ਪ੍ਰੇਮ ਦਾ ਉਤਸ਼ਾਹ ਸੀ, ਦੋਨੋਂ ਪਿਆਰੇ ਮਿੱਤਰ ਜ਼ਿੰਦਗੀ 'ਚ ਕਦੇ ਨਹੀਂ ਸੀ ਲੜੇ। ਭਾਈ ਝੰਡਾ ਜੀ ਤੇ ਭਾਈ ਇੰਦਰ ਸੈਨ ਲੜੇ ਨਹੀਂ ਕਦੇ। ਪ੍ਰੇਮ ਦੀ ਨਿਸ਼ਾਨੀ ਹੈ। ਪ੍ਰੇਮ ਵਿੱਚ ਨਾ ਕਦੇ ਲੜਾਈ ਹੈ, ਨਾ ਕਦੇ ਝਗੜਾ ਹੈ, ਨਾ ਕੋਈ ਵੈਰ ਹੈ, ਨਾ ਕੋਈ ਜਿੱਤਣ ਦੀ ਆਸ ਹੈ। ਪ੍ਰੇਮ ਤੇ ਹੁੰਦਾ ਹੀ ਉੱਥੇ ਹੈ ਜਿੱਥੇ ਕਿਹਾ ਜਾਂਦਾ ਮੈਂ ਹਾਰਿਆ ਤੇ ਉਹ ਜਿੱਤ ਗਿਆ। ਹੁਣ ਭਾਈ ਝੰਡਾ ਇੱਕ ਤਰਖਾਣ ਨੇ, ਇੰਦਰ ਸੈਨ ਰਾਜੇ ਦੀ ਭੈਣ ਦਾ ਪੁੱਤਰ ਹੈ। ਰਾਜੇ ਹੀ ਹੋਇਆ, ਰਿਸ਼ਤੇਦਾਰੀ ਕਿੰਨੀ ਵੱਡੀ ਹੈ ਜੀ। ਸਕਾ ਮਾਮਾ ਇੱਥੋਂ ਦਾ ਰਾਜਾ ਹੈ, ਫਿਰ ਐਟੀਟਿਊਡ ਨਹੀਂ ਹੋਣਾ ਚਾਹੀਦਾ, ਬਿਲਕੁਲ ਵੀ ਹੈ। ਪ੍ਰੇਮ ਇੰਨਾ, ਜਦ ਉਹ ਬੰਦਗੀ ਕਰਦੇ ਨੇ ਤੇ ਉਹਨਾਂ ਦੇ ਘਰ ਦਾ ਕੰਮ ਹੋਵੇ ਉਹ ਜਾ ਆਉਂਦੇ ਆ। ਹਰ ਵੇਲੇ ਹੱਥ ਵਟਾਉਣਾ, ਹਰ ਵੇਲੇ ਇੱਕ ਦੂਜੇ ਲਈ ਹਾਜ਼ਰ ਰਹਿਣਾ, ਤੇ ਜਦੋਂ ਬਹਿਣਾ ਕਈ ਘੰਟੇ ਚੌਂਕੜਾ ਲਾ ਕੇ ਰੱਬ ਦੀ ਭਗਤੀ 'ਚ ਭਿੱਜੇ ਰਹਿੰਦੇ ਆ। 4-4, 5-5 ਘੰਟੇ ਸਿਮਰਨ ਚੱਲਦਾ ਰਹਿੰਦਾ, ਸਮਾਧੀ ਲਾ ਕੇ ਬਹਿ ਜਾਂਦੇ ਆ। ਫਿਰ ਦੀਨ ਦੁਨੀਆ ਦਾ ਪਤਾ ਨਹੀਂ ਲੱਗਦਾ। ਜਦੋਂ ਸਮਾਧੀ ਖੁੱਲ੍ਹਦੀ ਹੈ ਫਿਰ ਘਰ ਨੂੰ ਆ ਜਾਂਦੇ ਆ। ਕਦੇ ਉਹ ਉਹਨਾਂ ਦੇ ਘਰੇ ਭੋਜਨ ਛਕ ਲੈਂਦੇ, ਕਦੇ ਉਹਨਾਂ ਦੇ ਛਕ ਲੈਂਦੇ। ਦੋਨੇ ਪਿਆਰੇ ਮਿੱਤਰ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਸੁਣਦੇ ਹੋਏ ਜਿੱਥੇ ਸਤਿਗੁਰ ਇੱਕ ਰੁੱਖ ਥੱਲੇ ਬੈਠੇ ਆ ਨਾ, ਉਸ ਪਾਸੇ ਆ ਗਏ। ਰਾਜਤ ਬੇਦੀ ਕੁਲ ਟੀਕਾ, ਆਨ ਤਾਂ ਕੇ ਦਰਸ਼ਨ ਨੀਕਾ। ਜਿੱਥੇ ਬੇਦੀ ਕੁਲ ਦੇ ਮਾਲਕ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਬੈਠੇ ਆ, ਭਾਈ ਬਾਲਾ ਤੇ ਮਰਦਾਨਾ ਜੀ ਦੇ ਸਮੇਤ ਉਸ ਥਾਂ ਤੇ ਆਏ। ਵੇਖਿਆ ਤੇ ਉਹ ਸੱਜਣਾ ਨਾਲ ਜਿਹਨੂੰ ਮੈਂ ਘਰ ਛੱਡ ਕੇ ਆਇਆ ਸੀ, ਪਰ ਉਹਦੇ ਹੱਥ 'ਚ ਭੋਜਨ ਛਕਣ ਤੋਂ ਬਾਅਦ ਰਬਾਬ ਫੜੀ ਹੋਈ ਹੈ। ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕਰਕੇ ਉਹ ਦੰਗ ਰਹਿ ਗਿਆ। ਚਿਹਰੇ ਦਾ ਨੂਰ ਇਲਾਹੀ ਹੋ ਗਿਆ, ਕਿਉਂਕਿ ਨਾਮ ਜਪਣ ਵਾਲੇ ਨਾ ਅੰਦਰੋਂ ਪਛਾਣਦੇ ਆ। ਅੰਦਰੋਂ ਜਦੋਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਹਿਲੀ ਤੱਕਣੀ ਵਿੱਚ ਦੇਖਿਆ ਨਾ, ਗੁਰਾਂ ਦਾ ਹੋ ਕੇ ਰਹਿ ਗਿਆ। ਪਾਦ ਅਰਬਿੰਦ ਬੰਦਨ ਕਰਕੇ
ਬੈਠਿਓ ਨਿਗੜ ਭਾਓ ਔਰ ਧਰ ਕੇ। ਬੜੀ ਨਿਮਰਤਾ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਨੂੰ ਮੱਥਾ ਟੇਕਿਆ। ਫਿਲਹਾਲ ਤੈਨੂੰ ਇਹ ਲੱਗਦਾ ਕੋਈ ਸੰਤ ਆਏ ਨੇ, ਰੱਬ ਦੇ ਪਿਆਰੇ ਆਏ। ਮੁਲਾਕਾਤ ਹੋਈ, ਨਮਸਕਾਰ ਕੀਤੀ, ਕੋਲੇ ਬਹਿ ਕੇ ਹੱਥ ਜੋੜ ਕੇ ਇੰਦਰ ਸੈਨ ਜੀ। ਇੱਕ ਪਾਸੇ ਸਾਹਮਣੇ ਬਹਿ ਕੇ ਭਾਈ ਚੰਡਾ ਜੀ। ਗੁਰੂ ਨਾਨਕ ਸਾਹਿਬ ਮਹਾਰਾਜ ਵੇਖ ਕੇ ਬੜੇ ਮੁਸਕਰਾਏ, ਬੜੇ ਪ੍ਰਸੰਨ ਹੋਏ। ਨਿਹਾਲ ਨੇ ਨਿਹਾਲ ਦੋਨੇ ਸਿੱਖ ਕੋਲ ਬੈਠੇ, ਕਿਉਂਕਿ ਸਤਿਗੁਰਾਂ ਦੇ ਕੋਲ ਬੈਠਣ ਦਾ ਅਹਿਸਾਸ ਹੀ ਅਲੱਗ ਹੈ। ਜਿੰਨਾ ਥਾਵਾਂ ਤੇ ਮੇਰੇ ਗੁਰੂ ਬਾਬਾ ਜੀ ਨੇ ਅੱਜ ਵੀ ਚਰਨ ਪਾਏ ਨੇ ਨਾ, ਕਿੰਨੇ ਸੌ ਸਾਲ ਹੋ ਗਏ, ਉਹਨਾਂ ਥਾਵਾਂ ਤੇ ਅੱਜ ਵੀ ਬੈਠ ਕੇ ਉੱਠਣ ਨੂੰ ਜੀ ਨਹੀਂ ਕਰਦਾ। ਤੇ ਜਿਹੜੇ ਸਤਿਗੁਰਾਂ ਦੇ ਕੋਲ ਬੈਠੇ ਹੋਣਗੇ ਤੇ ਉਹਨਾਂ ਦੀ ਹਾਲਤ ਕੀ ਹੋਣੀ, ਉਹਨਾਂ ਦੇ ਹਾਲਾਤ ਕੈਸੇ ਹੋਣਗੇ ਕੋਲ ਬਹਿ ਕੇ, ਰੱਬ ਦੇ ਕੋਲ ਬਹਿ ਕੇ। ਭਾਈ ਝੰਡਾ ਜੀ ਤੇ ਭਾਈ ਇੰਦਰ ਸਾਹਿਬ ਨਜ਼ਰਾਂ ਭਰ ਕੇ ਗੁਰੂ ਨਾਨਕ ਸਾਹਿਬ ਜੀ ਵੱਲ ਵੇਖੀ ਜਾਂਦੇ ਨੇ, ਪਰ ਅੱਖਾਂ ਰੱਜਦੀਆਂ ਨਹੀਂ। ਬੋਲੇ ਕਰਤ ਬੇਨਤੀ ਦੋ, ਜਿਨ ਕੇ ਹਿਰਦੈ ਵਿਕਾਰ ਨ ਕੋ। ਦੋਨੇ ਪਿਆਰੇ ਸੱਜਣ ਜਿਹੜੇ ਭਾਈ ਝੰਡਾ ਤੇ ਭਾਈ ਇੰਦਰ ਸੈਨ, ਕਹਿੰਦੇ ਇਹਨਾਂ 'ਚ ਕੋਈ ਵਿਕਾਰ ਨਹੀਂ ਸੀ, ਵਿਕਾਰ ਤੋਂ ਰਹਿਤ, ਪਿਓਰ ਸ਼ੁੱਧ। ਹੁਣ ਕਲਯੁਗ ਦੇ ਸਮੇਂ ਏਦਾਂ ਦੇ ਰੱਬ ਦੇ ਪਿਆਰੇ ਲੱਭਣੇ ਬੜੇ ਔਖੇ ਆ। ਦੁਨੀਆ ਸਾਰੀ ਰੱਬ ਨੂੰ ਜਪਦੀ, ਕੋਈ ਸ਼ੱਕ ਥੋੜੀ ਹੈ, ਪਰ ਕਿਸੇ ਨਾ ਕਿਸੇ 'ਚ ਕੋਈ ਨਾ ਕੋਈ ਐਬ, ਕੋਈ ਨਾ ਕੋਈ ਅੰਗਣ, ਕੋਈ ਨਾ ਕੋਈ ਗੁਨਾਹ ਹੈ। ਸਾਡੇ ਕਿਤੇ ਲੱਖਾਂ ਹੀ ਨੇ, ਆਪਾਂ ਤੇ ਜਦੋਂ ਆਪਣੀ ਗੱਲ ਕਰੀਏ ਹੀ ਨਾ, ਲੱਖਾਂ ਹੋਣਗੇ ਸਾਡੇ 'ਚ, ਪਰ ਇਹਨਾਂ ਦੋਨਾਂ ਦੇ ਵਿੱਚ ਇੱਕ ਐਬ ਨਹੀਂ, ਇੱਕ ਔਗਣ ਨਹੀਂ, ਕਿਉਂਕਿ ਪ੍ਰੇਮ ਜਿਹਨੇ ਕਰਨਾ ਸਿੱਖ ਲਿਆ ਉਹਨੂੰ ਨਫ਼ਰਤ ਕਰਨੀ ਨਹੀਂ ਆਉਂਦੀ। ਜਿਹਨੇ ਪ੍ਰੇਮ ਕਰਨਾ ਸਿੱਖ ਲਿਆ ਉਹਨੂੰ ਜਿੱਤਣਾ ਹੀ ਨਹੀਂ ਆਉਂਦਾ, ਉਹ ਹਾਰ ਜਾਂਦਾ ਸਦਾ ਲਈ ਰੱਬ ਦੇ ਪਿਆਰਿਆਂ। ਜਦੋਂ ਸਤਿਗੁਰਾਂ ਦੇ ਸਾਹਮਣੇ ਬੈਠੇ ਮਰਦ ਨੇ ਨਾ ਇਹਨਾਂ ਦਾ ਅੰਦਰ ਵੇਖਿਆ, ਵੀ ਕੋਈ ਚਾਹਤ ਤਾਂ ਨਹੀਂ ਰੱਖਦੇ ਕਿਤੇ ਇੰਦਰ ਸੈਨ ਦੇ ਮਨ ਵਿੱਚ ਕੋਈ ਇਹ ਤਾਂ ਨਹੀਂ ਹੈ ਵੀ ਮੇਰਾ ਮਾਮਾ ਰਾਜਾ ਹੈ, ਕਿਸੇ ਹਲ ਦੂਜੇ 'ਚ ਵਿਆਹ ਦੇ ਮਨ ਦੇ ਵਿੱਚ ਕੋਈ ਫੁਰਨਾ ਹੀ ਹੋਵੇ। ਮਰਦ ਨੇ ਵੇਖਿਆ ਤੇ ਬਿਲਕੁਲ ਸ਼ੁੱਧ ਨੇ, ਬਿਲਕੁਲ ਪਿਓਰ ਨੇ, ਭਵਿੱਖ ਵਿੱਚ ਵੀ ਕੋਈ ਫੁਰਨਾ ਨਹੀਂ, ਪਾਸਟ ਵਿੱਚ ਵੀ ਕੋਈ ਫੁਰਨਾ ਨਹੀਂ, ਕਰੰਟ ਟਾਈਮ ਇੱਥੇ ਜਿੱਥੇ ਬੈਠੇ ਪ੍ਰੈਜ਼ੈਂਟ ਵਿੱਚ ਅਜੇ ਵੀ ਕੋਈ ਫੁਰਨਾ ਨਹੀਂ ਹੈ। ਕਈ ਵਾਰ ਹੁੰਦਾ ਹੀ ਆਪਾਂ ਕਿਸੇ ਸਾਧੂ ਮਹਾਤਮਾ, ਕਿਸੇ ਗੁਰਸਿੱਖ ਕੋਲ ਜਾਈਏ, ਮੰਗੀਏ ਨਾ ਮੰਗੀਏ, ਮਨ 'ਚ ਹੁੰਦਾ ਵੀ ਜੇ ਇਹਦੀ ਅਰਦਾਸ ਪੂਰੀ ਹੋ ਗਈ ਮੈਂ ਵੀ ਕਰਾਉਣਾ, ਫਲਾਣੇ ਨੇ ਇੱਥੋਂ ਆਹ ਮੰਗਿਆ ਮਿਲ ਗਿਆ, ਚੱਲ ਲੋੜ ਤੇ ਆਪਾਂ ਨੂੰ ਹੈ ਨਹੀਂ ਸੀ, ਮੰਗ ਲਓ, ਮੁਫਤ 'ਚ ਮਿਲਦਾ ਕੀ ਫਰਕ ਹੈ, ਕਰ ਲਓ ਅਰਦਾਸ, ਬਾਬਾ ਐਂ ਕਰਦੀ ਸਾਡਾ। ਤੇ ਕੁਛ ਨਹੀਂ ਮੰਗਿਆ, ਵੇਖ ਖੁਸ਼ ਹੋਈ ਜਾਂਦੇ। ਪ੍ਰੇਮ ਦੀ ਨਿਸ਼ਾਨੀ ਇਹੀ ਹੈ, ਚਾਹਤ ਨਹੀਂ ਹੈ, ਬਸ ਵੇਖ ਮਨ ਰੱਜਦਾ ਨਹੀਂ। ਜੇਕਰ ਤੁਮ ਹੋ ਗਿਆਨ ਸਪੂਰਨ, ਨਿਜ ਉਪਦੇਸ਼ ਦੀਜੀਏ ਤੂਰਨ। ਥੋੜੀ ਦੇਰ ਦੋਨੇ ਤਰਫ ਚੁੱਪ ਬੈਠੇ ਰਹੇ, ਸਤਿਗੁਰ ਵੀ ਆਨੰਦ 'ਚ ਬੈਠੇ ਆ, ਸਾਹਮਣੇ ਵਾਲੇ ਵੀ ਖਾਮੋਸ਼ ਨੇ। ਕਾਫੀ ਦੇਰ ਬਾਅਦ ਨਾ ਹੱਥ ਜੋੜ ਕੇ ਇੰਦਰ ਸੈਨ ਆਖਣ ਲੱਗੇ, ਐ ਫਕੀਰੋ, ਜੇ ਤੁਸੀਂ ਪੂਰੇ ਹੋ ਉਪਦੇਸ਼ ਬਖਸ਼ ਦਿਓ। ਉਹਨੇ ਗੱਲ ਹੀ ਬਹੁਤ ਵੱਡੀ ਕਹਿਤੀ, 100 ਦੀ ਇੱਕ ਕਹਿਤੀ। ਇਹ ਨਹੀਂ ਕਿ ਮੈਨੂੰ ਉਪਦੇਸ਼ ਦਿਓ, ਸਪਸ਼ਟ ਕਹਿਤਾ, ਜੇ ਪੂਰੇ ਹੋ ਤੇ ਦੇ ਦਿਓ, ਜੇ ਪਿਓਰ ਹੋ। ਹੁਣ ਸਮਝਣ ਵਾਲਾ ਇਹ ਗੱਲ ਸਮਝਦਾ ਵੀ ਇਹ ਗੱਲ ਗਈ ਕਿੱਥੇ, ਵੀ ਜੇ ਤੁਸੀਂ ਸੱਚਮੁੱਚ ਆਪਣੇ ਜੀਵਨ ਵਿੱਚ ਪੂਰੇ ਹੋ, ਰੱਬ ਨਾਲ ਜੁੜੇ ਹੋ, ਇੱਕਮਿਕ ਹੋ, ਉਪਦੇਸ਼ ਦਿਓ। ਜੇ ਨਹੀਂ ਹੈਗੇ, ਭੋਜਨ ਛਕੋ ਤੇ ਰਾਮ ਫਤਿਹ। ਭਾਵੇ ਸੀ ਪਰ ਕਿਹਾ ਬੜੀ ਸ਼ਰਧਾ ਨਾਲ। ਹੁਣ ਪੂਰੇ ਦਾ ਕੀ ਆ, ਸਭ ਕੁਝ ਪੂਰਾ ਘੱਟ ਵੱਧ ਕੁਛ ਨਾ। ਪੂਰੇ ਦਾ ਕੀਤਾ ਤੇ ਕੁਝ ਵੀ ਘੱਟ ਵੱਧ ਨਹੀਂ ਨਾ ਹੁੰਦਾ, ਤੇ ਪੂਰਾ ਹੀ ਪੂਰਾ ਰਹਿਣਾ, ਸੂਰਾ ਹੀ ਸੂਰਾ ਰਹਿਣਾ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬੜੇ ਅਦਬ ਦੇ ਨਾਲ ਹੱਥ ਜੋੜ ਕੇ ਆਖਣ ਲੱਗੇ, ਸੰਤ ਜੀ, ਜੋ ਉਪਦੇਸ਼ ਤੁਹਾਡੇ ਜੀਵਨ ਵਿੱਚ ਹੈ ਗਿਆਨ ਦਾ, ਸਾਨੂੰ ਵੀ ਬਖਸ਼ ਦਿਓ। ਬਹੁਤ ਦਿਨਨ ਕੀ ਹਮਿਉਰ ਚਾਹੋ, ਪਰ ਅਸੀਂ ਚਾਹੁੰਦੇ ਆ, ਸਾਡੇ ਅੰਦਰ ਦੀ ਚਾਹਤ ਹੈ ਵੀ ਅੰਦਰ ਦੀ ਦਵੈਤ ਮੁੱਕ ਜੇ, ਦੁਬਦਾ ਭਾਵੇਂ ਵਿਕਾਰ ਕੋਈ ਨਹੀਂ। ਗੁਰਸਿੱਖਾਂ ਦੀ ਇਹ ਨਿਸ਼ਾਨੀ ਹੈ, ਇਹ ਨਿਮਰਤਾ ਉਹਨਾਂ ਦੀ। ਉਹਨਾਂ ਪਾਪ ਵੀ ਜ਼ਿੰਦਗੀ 'ਚ ਕੋਈ ਨਹੀਂ ਕੀਤਾ, ਨਾ ਕਦੇ ਮੁਰਗਾ ਵੱਢਿਆ, ਨਾ ਕਦੇ ਬੱਕਰਾ ਵੱਢਿਆ, ਨਾ ਕਦੇ ਕਿਸੇ ਨੂੰ ਲੁੱਟਿਆ, ਫਿਰ ਵੀ ਕਹਿੰਦੇ ਰਹਿੰਦੇ ਆ, ਰੱਬਾ ਮੈਂ ਪਾਪੀ ਬੜਾ, ਮੈਂ ਬੇਕਾਰੀ ਬੜਾ, ਮੇਰੇ ਔਗਣ ਬੜੇ ਆ। ਤੇ ਕਿਸੇ ਕਸਾਈ ਬੰਦੇ ਨੂੰ ਵੇਖੋ, ਸਭ ਤੋਂ ਵੱਧ ਪਾਪ ਕਰਨ ਵਾਲਾ, ਉਹ ਕਹਿੰਦਾ ਮੇਰੇ ਵਰਗਾ ਧਰਮੀ ਤੇ ਮੇਰੇ ਵਰਗਾ ਸੱਚਾ ਸੁੱਚਾ ਕੋਈ ਨਹੀਂ। ਆਪੋਜ਼ਿਟ ਹੁੰਦਾ। ਇਨਸਾਨ ਜੋ ਬਣ ਕੇ ਵਿਖਾਉਂਦਾ ਉਹ ਹੁੰਦਾ ਨਹੀਂ, ਜੋ ਹੁੰਦਾ ਉਹ ਕਦੇ ਬਣਦਾ ਨਹੀਂ।
ਰੱਬ ਦੇ ਪਿਆਰੇ, ਨਾਮ ਜਪਣ ਵਾਲੇ, ਬਾਣੀ ਪੜ੍ਹ ਕੇ ਵੇਖੋ ਭਗਤਾਂ ਦੀ ਕੀ ਗੁਨਾਹ ਕੀਤੇ, ਡਾਕੇ ਮਾਰੇ ਗਏ, ਠੱਗੀਆਂ ਮਾਰੀਆਂ, ਚੋਰੀਆਂ ਕੀਤੀਆਂ, ਨਹੀਂ ਉਹ ਫਿਰ ਵੀ ਕਹਿੰਦੇ ਆ ਰੱਬਾ ਸਾਡੇ 'ਚ ਔਗਣ ਬੜੇ ਆ। ਗੁਰੂ ਰਾਮਦਾਸ ਪਾਤਸ਼ਾਹ ਆਪ ਪਰਮਾਤਮਾ ਨੇ ਕਹਿ ਕੀ ਰਹੇ ਆ, ਹਮ ਅਵਗੁਣ ਭਰੇ ਇਹ ਗੁਣ ਨਹੀਂ। ਕਿੱਡੀ ਵੱਡੀ ਨਿਮਰਤਾ ਹੈ ਸਾਡੀ ਜ਼ਿੰਦਗੀ 'ਚ। ਕਿਤੇ ਗੁਣ ਆ ਗਏ ਤੇ ਸਾਡੇ ਵਰਗਾ ਕੋਈ ਹੋ ਸਕਦਾ, ਪਰ ਨਹੀਂ। ਅਜੇ ਤੇ ਅਸੀਂ ਇਹ ਜ਼ੋਰ ਲਾਇਆ ਹੋਇਆ ਵੀ ਮੈਂ ਬਹੁਤ ਚੰਗਾ, ਤੁਸੀਂ ਮਾੜੇ, ਦਿਨ ਰਾਤ ਇਹੀ ਜ਼ੋਰ ਲੱਗਾ ਹੋਇਆ। ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਦੇ ਸਨਮੁਖ ਬੈਠੇ ਕਹਿੰਦੇ ਮਹਾਰਾਜ ਅੰਦਰ ਦੁਬਿਧਾ ਚੱਲਦੀ ਹੈ। ਦੁਬਿਧਾ ਕਾਹਦੀ ਹੈ? ਕਿਉਂਕਿ ਪਰਮਾਤਮਾ ਨੇ ਚੇਤੇ ਕਰਦੇ ਆ, ਮਿਲਣ ਦੇ ਰਾਹ ਤੇ ਚੱਲਦੇ ਆ। ਅੰਦਰ ਕਦੇ ਕਦੇ ਇੱਕ ਡਰ ਪੈਦਾ ਹੁੰਦਾ ਹੈ ਕਿਤੇ ਇਹ ਮਾਇਆ ਸਾਨੂੰ ਰੋੜ ਹੀ ਨਾ ਦੇਵੇ, ਕਿਉਂਕਿ ਅਜੇ ਸੁਣਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਅਜੇ ਤੇ ਜ਼ਿੰਦਗੀ ਦੀ ਬੇੜੀ ਸੰਸਾਰ ਸਮੁੰਦਰ ਵਿੱਚ ਠੇਲੀ ਹੋਈ ਹੈ। ਗੁਰੂ ਵਾਲੇ ਪਾਸੇ ਚੱਲੇ ਆ, ਕਿਵੇਂ ਕਹਿ ਸਕਦੇ ਆ ਪਾਰ ਲੱਗ ਜੂ, ਜਿੱਦਣ ਲੱਗੂ ਉਦਣ ਕਹਾਂਗੇ ਵੀ ਪੂਰੇ ਆ। ਹੋ ਸਕਦਾ ਹੈ ਵਿੱਚ ਵਿਚਕਾਰ ਰਹਿ ਜੇ, ਮੰਝ ਧਾਰ ਵਿੱਚ ਰਹਿ ਜੇ, ਕਿਸੇ ਹੋਰ ਹੀ ਬੰਦਰਗਾਹ ਤੇ ਜਾ ਲੱਗੇ। ਬੜੇ ਲੋਕ ਨੇ ਜੀ ਗੁਰੂ ਨਾਲ ਜੁੜਦੇ ਮਾੜੇ ਕੰਮਾਂ 'ਚ ਰਹਿ ਜਾਂਦੇ ਆ, ਕਿਸੇ ਪਖੰਡੀ ਨੂੰ ਗੁਰੂ ਬਣਾ ਕੇ ਬਹਿ ਜਾਂਦੇ ਆ, ਰਸਤਾ ਭਟਕ ਜਾਂਦੇ ਆ। ਕਹਿੰਦੇ ਅਜੇ ਤੇ ਜੀਵਨ ਦੀ ਬੇੜੀ ਚੱਲ ਰਹੀ ਹੈ, ਪਤਾ ਨਹੀਂ ਕਿਹੜੇ ਰਾਹ ਲੱਗੂ, ਜਿੱਦਣ ਲੱਗ ਗਈ ਉਦਣ ਮੰਨਾਂਗੇ ਵੀ ਕਿਰਪਾ ਪੂਰੀ ਹੈ। ਅਸੀਂ ਸਿੱਖ ਰਹੇ ਆ, ਸਾਡੇ ਕੋਲ ਕਿਹੜਾ ਸਰਟੀਫਿਕੇਟ ਅਸੀਂ ਪੂਰੇ ਆ, ਨਹੀਂ। ਕੋਸ਼ਿਸ਼ ਕਰਦੇ ਆ ਜਿੱਦਣ ਉਹਨੇ ਪੂਰੇ ਬਣਾ ਲਏ ਗੱਲ ਉਸੇ ਦਿਨ ਬਣ ਗਈ। ਆਖਦੇ ਬਾਬਾ ਐਸਾ ਉਪਦੇਸ਼ ਦੇ ਦਿਓ, ਅੰਦਰ ਦੀ ਦੁਬਿਧਾ ਮੇਟ ਦਿਓ। ਗਿਆਨ ਆਨੰਦ ਨਾਨਕੋ ਦੀਜੈ, ਪਰ ਸੰਤ ਕਿਰਪਾਲ ਪਵਸੀਜੈ। ਫਿਰ ਭਾਈ ਝੰਡਾ ਦੀ ਵੀ ਆਖਦੇ ਮਰਦ ਗਿਆਨ ਦੀ ਦਾਤ ਦੇ ਦਿਓ, ਸਾਡੇ ਤੇ ਕਰੋ ਕਿਰਪਾ, ਪ੍ਰਸੰਨ ਹੋ ਕੇ ਸਾਨੂੰ ਆਪਣੇ ਆਪ ਨਾਲ ਬੁਲਾ ਦਿਓ। ਆਖੋ ਸਤਿਨਾਮ। ਰੱਬ ਨਾਲ ਨਹੀਂ ਬਣਨਾ, ਆਪਣੇ ਆਪ। ਬੜੀ ਗਹਿਰੀ ਅਵਸਥਾ ਹੈ। ਜਿਹਨੇ ਆਪਣੇ ਆਪ ਦੀ ਖੋਜ ਕੀਤੀ ਉਹਨੇ ਰੱਬ ਦੀ ਖੋਜ ਕਰ ਲਈ। ਰੱਬ ਕੌਣ ਹੈ? ਮੈਂ ਰੱਬ, ਅਹੰ ਬ੍ਰਹਮਸਮੀ, ਮੈਂ ਰੱਬ ਹਾਂ। ਪਰ ਅਸੀਂ ਥੋੜੀ ਰੱਬ ਹਾਂ। ਸਾਡੀ ਹਉਮੈ ਕਹਿੰਦੀ ਮੇਰੇ ਵਰਗਾ ਕੋਈ ਨਹੀਂ। ਇਹਦੀ ਅਵਸਥਾ ਹੀ ਬਹੁਤ ਵੱਡੀ ਹੈ। ਜਿੱਦਣ ਇਹ ਮੈਂ ਆ ਗਈ ਉਦਣ ਤੂੰ ਮੁੱਕ ਗਈ, ਜਿੱਦਣ ਤੂੰ ਆ ਗਿਆ ਤੇ ਉਦਣ ਸਾਡੀ ਮੈਂ ਮੁੱਕ ਗਈ। ਤੇਰਾ ਮੇਰਾ ਸਭ ਖਤਮ, ਉਸ ਦਿਨ ਸਭ ਕੁਝ ਤੇਰਾ ਹੋਏਗਾ। ਕਹਿੰਦੇ ਮਹਾਰਾਜ ਅੰਦਰ ਦੀ ਦੁਬਿਧਾ ਮਿਟਾ ਦਿਓ ਜੀ, ਐਸਾ ਉਪਦੇਸ਼ ਐਸਾ ਗਿਆਨ ਦੇ ਦਿਓ ਅਸੀਂ ਰੱਬ ਦੀ ਪਛਾਣ ਕਰ ਲਈਏ। ਕਿਉਂਕਿ ਜੋ ਪਰਮਾਤਮਾ ਸਾਡੇ ਹਿਰਦੇ ਵਿੱਚ ਬੈਠਾ ਉਹ ਤੇ ਵੇਖਿਆ ਹੀ ਨਹੀਂ ਕਦੇ। ਬਾਣੀ ਕਹਿੰਦੀ ਦਿਲ ਮੈਂ ਖੋਜ, ਦਿਲੇ ਦਿਲ ਖੋਜੋ ਇਹੀ ਠੌਰ ਕੰਮ। ਰੱਬ ਕਿੱਥੇ ਬੈਠਾ ਹੈ? ਕਹਿੰਦੇ ਦਿਲ 'ਚ ਬੈਠਾ। ਲੱਭਣਾ ਇੱਥੇ ਪੈਣਾ, ਲੱਭਦੇ ਤੀਰਥਾਂ ਦੇ ਫਿਰਦੇ ਆ, ਲੱਭਦੇ ਅਸੀਂ ਨਦੀਆਂ ਨਾਲਿਆਂ ਦਰਿਆਵਾਂ ਤੇ ਫਿਰਦੇ ਆ। ਕਿਤੇ ਰੱਬ ਉੱਥੇ ਕੋਈ ਕਹਿੰਦਾ ਸਤਵੇਂ ਆਕਾਸ਼ ਦੀ ਬੈਠਾ। ਗਰੀਬ ਨਵਾਜ਼ ਕਹਿੰਦੇ ਤੇਰੇ ਹਿਰਦੇ 'ਚ ਹੀ ਬੈਠਾ ਏ। ਖੋਜਦੇ ਸਹੀ, ਲੱਭਦੇ ਸਹੀ, ਲੱਭੇਗਾ ਤਾਂ ਜਿੱਦਣ ਹਉਮੈ ਤੋਂ ਪਰੇ ਹੋਏਗਾ। ਜੇ ਤੇ ਹਉਮੈ ਕਹਿੰਦੀ ਮੇਰੇ ਵਰਗਾ ਕੋਈ ਨਹੀਂ, ਉਧਰ ਦੇ ਤੇ ਬੂਹੇ ਬੰਦ ਨੇ ਨਾ। ਕਹਿੰਦੇ ਬਾਦਸ਼ਾਹ ਪਛਾਣ ਕਰਾ ਦਿਓ, ਕਿਉਂਕਿ ਇਹਨਾਂ ਤੇ ਪਤਾ ਸੀ ਉਹਦਾ ਰੂਪ ਆ, ਪਰ ਹਾਂ ਕਿਵੇਂ ਇਹ ਨਹੀਂ ਪਤਾ। ਸਭ ਕੁਝ ਰੱਬ ਦਾ ਬਣਾਇਆ। ਅਸੀਂ ਵੀ ਰੱਬ ਦੇ ਜੀ ਹਾਂ, ਤੁਸੀਂ ਵੀ ਰੱਬ, ਮੈਂ ਵੀ ਰੱਬ, ਪਸ਼ੂ ਪੰਛੀ ਵੀ ਰੱਬ, ਸਭ ਕੁਝ ਹੀ ਤੇ ਰੱਬ ਹੈ, ਸਭ ਗੋਬਿੰਦ ਹੀ ਹੈ। ਪਰ ਜਦੋਂ ਤੱਕ ਪਛਾਣ ਨਹੀਂ ਆਉਂਦੀ ਉਦੋਂ ਤੱਕ ਗੱਲ ਥੋੜਾ ਬਣਦੀ। ਪਛਾਣ ਆਪਣੇ ਆਪ ਨੂੰ ਪਛਾਣਨਾ ਪੈਂਦਾ। ਆਪ ਸਵਾਰੇ ਮੈਂ ਮਿਲਾਂ, ਮੈਂ ਮਿਲਿਆ ਸੁਖ ਹੋਏ। ਪਹਿਲਾਂ ਆਪੇ ਦੀ ਪਛਾਣ ਕਰਕੇ ਆਪਣੇ ਆਪ ਨੂੰ ਮਿਲਣਾ ਪੈਣਾ। ਜਿੱਦਣ ਆਪਣੇ ਆਪ ਨੂੰ ਮਿਲੇ ਤੇ ਰੱਬ ਨੂੰ ਮਿਲ ਲੈਂਦਾ। ਅਸੀਂ ਪਛਾਣ ਕਰਦੇ ਹਾਂ ਲੋਕਾਂ ਦੀ, ਅਸੀਂ ਮਿਲਦੇ ਫਿਰਦੇ ਲੋਕਾਂ ਨੂੰ, ਅਸੀਂ ਜਾਣਕਾਰੀ ਲੈਂਦੇ ਦੂਜੇ ਬੰਦੇ ਦੀ ਇਹ ਕੀ ਕਰਦਾ ਕੌਣ। ਆਪਣੀ ਜਾਣਕਾਰੀ ਹੈ ਕਿਸੇ ਕੋਲ? ਕਿਸੇ ਕੋਲ ਨਹੀਂ। ਕੱਲ ਕੀ ਕੀਤਾ ਸਾਨੂੰ ਯਾਦ ਨਹੀਂ, ਅੱਜ ਕੀ ਕੀਤਾ ਸਾਨੂੰ ਯਾਦ ਨਹੀਂ। ਕੋਈ ਸਾਨੂੰ ਪੁੱਛੇ ਵੀ ਆ ਪਿਛਲੀ ਜਿਹੜੀ 17 ਤਰੀਕ ਲੰਘੀ ਪਿਛਲੇ ਮਹੀਨੇ ਦੀ, ਉਸ ਦਿਨ ਕੀ ਖਾਧਾ ਸੀ ਸਵੇਰੇ, ਯਾਦ ਹੈ ਕਿਸੇ ਨੂੰ? ਨਹੀਂ ਨਾ। ਤੇ ਲੋਕਾਂ ਦੀ ਔਗਣ ਸਾਨੂੰ ਸਾਰੇ ਯਾਦ ਨੇ। 17 ਤਰੀਕ ਨੂੰ ਮੈਨੂੰ ਕਿਹੜੇ ਬੰਦੇ ਨੇ ਫੋਨ ਕਰਕੇ ਕੀ ਕਿਹਾ ਇਹ ਯਾਦ ਹੈ। ਮੈਂ ਕਿੱਥੇ ਸੁੱਤਾ, ਕਿਹੜੀ ਦਵਾਈ ਖਾਧੀ, ਉਸ ਦਿਨ ਕਿਹੜੇ ਕੱਪੜੇ ਪਾਏ ਨਹੀਂ ਯਾਦ। ਪਰ ਮੈਨੂੰ ਇਹ ਚੇਤੇ ਹੋਊਗਾ ਵੀ ਉਸ ਬੰਦੇ ਨੇ ਉਸ ਮੋੜ ਤੇ ਖੜ ਕੇ ਫਲਾਣੇ ਨੂੰ ਗਾਲ ਕੱਢੀ। ਤਰੀਕ ਕਿੰਨੀ ਸੀ? ਇੰਨੀ ਸੀ। ਕੋਰਟ 'ਚ ਖੜ ਕੇ ਬੰਦਾ ਕਹਿੰਦਾ ਜੀ ਫਲਾਣੀ ਤਰੀਕ ਆਹ ਗੁਨਾਹ ਹੋਇਆ। ਵੀ ਤੂੰ ਜਿਹੜੇ ਰੋਜ਼ ਗੁਨਾਹ ਕਰਦਾ ਤੈਨੂੰ ਯਾਦ ਨਹੀਂ। ਇਹ ਸਮਝ ਨਹੀਂ ਆਇਆ। ਬਾਬਾ
ਕਿਰਪਾ ਕਰਕੇ ਅੰਦਰ ਦੀ ਪਛਾਣ ਕਰਾ ਦਿਓ, ਕਿਉਂਕਿ ਪਰਮਾਤਮਾ ਅੰਦਰ ਹੈ। ਜਿਹਨੂੰ ਮਿਲ ਗਿਆ ਉਹ ਉਹਦਾ ਰੂਪ ਹੋ ਗਏ। ਭਗਤ ਕਬੀਰ ਤੇ ਰੱਬ 'ਚ ਫਰਕ ਨਹੀਂ ਸੀ ਨਾ। ਕਿਉਂ ਨਹੀਂ ਸੀ? ਕਿਉਂਕਿ ਉਹ ਆਪਣੇ ਆਪ ਨੂੰ ਮਿਲੇ ਤੇ ਭਗਤਾਂ ਦੇ ਪਿੱਛੇ ਰੱਬ ਆਪ ਤੁਰਿਆ ਫਿਰਦਾ ਸੀ। ਕਬੀਰ ਕਬੀਰ ਰੱਬ ਦਾ ਰੂਪ ਹੋ ਗਏ, ਨਿਰੰਕਾਰ ਹੋ ਗਏ, ਇੱਕ ਮਿਕ ਹੋ ਗਏ। ਜਦੋਂ ਭਾਈ ਝੰਡਾ ਜੀ ਨੇ ਅਦਬ ਸਹਿਤ ਬੇਨਤੀ ਕੀਤੀ, ਬਾਦਸ਼ਾਹ ਅੰਦਰ ਦੀ ਖੌਮੇ ਮਿਟਾ ਦਿਓ। ਕੋਟਕ ਜਨਮ ਬਤੀਤੇ ਭੂਲੇ, ਨਿਜ ਸਰੂਪ ਤੇ ਭੇ ਪ੍ਰਤਕੂਲੇ। ਕਿਉਂਕਿ ਪਾਤਸ਼ਾਹ ਕਰੋੜਾਂ ਜਨਮ ਸਾਡੇ ਹੋ ਗਏ, ਅਸੀਂ ਭੁੱਲੇ ਫਿਰਦੇ ਆ। ਸਾਨੂੰ ਆਪਣੇ ਆਪ ਦੀ ਪ੍ਰਤੀਤ ਨਹੀਂ, ਸਾਨੂੰ ਆਪਣੇ ਆਪ ਦੀ ਪਛਾਣ ਨਹੀਂ। ਅਸੀਂ ਕੌਣ? ਬਾਣੀ ਨੇ ਸਪਸ਼ਟ ਕਿਹਾ, ਮਨ ਤੂੰ ਜੋਤ ਸਰੂਪ ਹੈ। ਆਪਣਾ ਪਛਾਣ ਵੀ ਤੂੰ ਤੇ ਰੱਬ ਹੈ, ਪਛਾਣੇ ਨਹੀਂ। ਅਸੀਂ ਰੱਬ ਹੋਰ ਬਣਾ ਲਿਆ ਵੀ ਪਰਮਾਤਮਾ ਕਿਤੇ ਦੂਰ ਬੈਠਾ ਏ, ਪਰ ਜਿੱਦਣ ਸਮਝ ਆ ਗਈ ਨਾ ਵੀ ਉਹ ਮੇਰੇ ਵਿੱਚ ਵੀ ਬੈਠਾ ਤੇ ਕਸਾਈ ਵਿੱਚ ਵੀ ਬੈਠਾ, ਉੱਚੀ ਨੀਤੀ ਜਾਤ ਵਿੱਚ ਵੀ ਬੈਠਾ ਤੇ ਉਹ ਦੁਨੀਆ ਦੀ ਹਰ ਥਾਂ ਤੇ ਬੈਠਾ ਏ। ਉਹ ਤੇ ਖੰਡਾਂ ਬ੍ਰਹਿਮੰਡਾਂ 'ਚ ਰਚਿਆ, ਕੁਦਰਤ ਦੇ ਵਿੱਚ ਵਸਿਆ ਹੋਇਆ। ਤੇ ਜਿਹਨੂੰ ਇਹ ਦਿਸ ਗਿਆ ਵੀ ਰੱਬ ਸਾਰਾ ਕਿਤੇ ਝੂਠ ਬੋਲ ਸਕਦਾ ਹੈ। ਅਸੀਂ ਜਿਹੜੇ ਕੱਚੇ ਸਿੱਖਾਂ ਸੀ ਕਹਿੰਦੇ ਜੀ ਮੈਂ ਗੁਰਦੁਆਰੇ ਜਾ ਕੇ ਝੂਠ ਨਹੀਂ ਬੋਲਦਾ, ਪਰ ਮੈਂ ਬਾਹਰ ਸੱਚ ਬੋਲੇ ਕਦੇ। ਮੈਂ ਗੁਰੂ ਘਰ ਆ ਕੇ ਜਿਹੜੀ ਗੱਲ ਕਰੂੰਗਾ ਸੱਚੀ ਕਹੂੰਗਾ, ਅੱਗੋਂ ਪਿੱਛੋਂ ਕਿਉਂ ਨਹੀਂ ਕਹਿੰਦਾ। ਮੈਂ ਸਹੁੰ ਖਾ ਕੇ ਕਹਿਣਾ ਜੀ ਆਹ ਕੰਮ ਕੀਤਾ ਨਹੀਂ ਕੀਤਾ। ਭਾਈ ਜਿੱਦਣ ਰੱਬ ਤੈਨੂੰ ਹਾਜ਼ਰ ਨਾਜ਼ਰ ਦਿਸਿਆ ਨਾ, ਫਿਰ ਤੈਨੂੰ ਸਾਰੀ ਦੁਨੀਆ ਹੀ ਗੁਰੂ ਘਰ ਦਿਸੇਗੀ, ਤੈਨੂੰ ਕਿਸੇ ਦੇ ਆ ਵੀ ਨਹੀਂ ਨਜ਼ਰ ਆਉਂਦੀ। ਤੇ ਹੁਣ ਗੁਰੂ ਘਰ ਬੈਠੇ ਵੀ ਸਾਨੂੰ ਇਹ ਦਿਸਦਾ, ਆ ਵੀ ਮਾੜਾ, ਆ ਵੀ ਮਾੜਾ, ਮੈਂ ਚੁੱਕਾ, ਇਹ ਔਖਾ ਵੇਖਦਾ ਮੈਨੂੰ, ਇਹ ਐਦਾਂ ਕਿਉਂ ਬੁਲਾਉਂਦਾ ਏ, ਇਹਨੇ ਕੱਪੜੇ ਇਹੋ ਜਿਹੇ ਕਿਉਂ ਪਾਏ ਆ। ਫਿਲਹਾਲ ਤੇ ਫਿਰਦੀ ਇੱਥੇ ਫਿਰਦੀ ਹੈ ਨਾ, ਪਰ ਇੱਥੇ ਕਹਿੰਦੇ ਮਹਾਰਾਜ ਆਪਣੇ ਆਪ ਨਾਲ ਬੁਲਾ ਦੇ, ਮੇਰਾ ਨਿਜ ਸਰੂਪ ਹੀ ਹੈ। ਦੋਨੇ ਗੁਰਮੁਖਾਂ ਦਾ ਇੱਕੋ ਹੀ ਸਵਾਲ ਹੈ, ਇਕੱਠੇ ਬੰਦਗੀ ਕਰਦੇ ਆ, ਇੱਕ ਹੀ ਅਵਸਥਾ ਹੈ। ਭਾਵੇਂ ਉਹ ਬਹੁਤ ਉੱਚੇ ਨੇ, ਕਿੱਡੇ ਉੱਚੇ ਹੋਣਗੇ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਮਿਲਣ ਆਏ ਨੇ। ਤੁਸੀਂ ਆਪ ਸੋਚੋ ਉੱਚੇ ਤੇ ਮਹਾਨ ਕਿਵੇਂ ਹੋਣਗੇ। ਬਾਬਾ ਜੀ ਦੀ ਆਪ ਆਵਾਜ਼ ਮਾਰੀ ਹੈ ਵੀ ਜਾ ਮਰਦਾਨਿਆਂ ਝੰਡੇ ਦੇ ਘਰ, ਤੇ ਜਾ ਭਾਈ ਝੰਡਿਆ ਇੰਦਰ ਸੈਨ ਨੂੰ ਲੈ ਕੇ ਆ। ਸੱਚੀ ਕਿੱਡੇ ਵੱਡੇ ਹੋਣਗੇ, ਰੱਬ ਦੇ ਪਿਆਰੇ, ਰੱਬ ਵਰਗੇ ਤੇ ਰੱਬ ਜੱਡੇ ਹੁੰਦੇ ਨੇ, ਪਰ ਉਹਨਾਂ 'ਚ ਮਾਣ ਨਹੀਂ ਹੁੰਦਾ। ਉਹ ਕਹਿੰਦੇ ਸਾਡੇ ਔਗਣੀ ਵਾਲੇ ਆ, ਇਹ ਨਿਮਰਤਾ ਉਹਨਾਂ ਦੀ। ਕਹਿੰਦੇ ਮਰਦ ਲੱਖਾਂ ਜਨਮਾਂ ਦੇ ਭਟਕਦੇ ਫਿਰਦੇ, ਅਜੇ ਤੱਕ ਆਪਣਾ ਸਰੂਪ ਨਹੀਂ ਮਿਲਿਆ। ਸੋ ਸਰੂਪ ਅਬ ਦੇਹੋ ਦਿਖਾਈ, ਜਾ ਮੈਂ ਕਬਿਹੁ ਨ ਆਵਣ ਜਾਈ। ਕਿਰਪਾ ਕਰੋ, ਤਰਸ ਕਰੋ ਸਾਡੇ ਤੇ, ਸਾਨੂੰ ਸਾਡਾ ਉਹ ਸਰੂਪ ਵਿਖਾ ਦਿਓ ਜਿਹਦੇ ਵਿੱਚ ਸਾਡਾ ਆਉਣਾ ਜਾਣਾ ਬੰਦ ਹੋ ਜੇ, ਆਵਾ ਗਵਣ ਮਿਟ ਜੇ, ਜੰਮਣ ਮਰਨ ਬੰਦ ਹੋ ਜੇ। ਮਰਨਾ ਜੰਮਣਾ ਕਿਉਂ ਹੈ? ਨਿਜ ਸਰੂਪ ਤੋਂ ਭੁੱਲ ਜਾਣਾ ਹੀ ਬੰਦੇ ਦੀ ਮੌਤ ਆ ਤੇ ਬੰਦੇ ਦਾ ਜਨਮ। ਜਿਨ੍ਹਾਂ ਨੇ ਰੱਬ ਨੂੰ ਚੇਤੇ ਕਰ ਲਿਆ, ਜੋ ਰੱਬ ਵਰਗੇ ਹੋ ਗਏ, ਜਿਨ੍ਹਾਂ ਨੂੰ ਰੱਬ ਯਾਦ ਆ ਗਿਆ, ਜੰਮਣ ਮਰਨ ਜੀਵਨ ਮੁਕਤ ਹੋ ਗਏ, ਅਮਰ ਹੋ ਗਏ। ਜਦੋਂ ਇਹ ਤਰਲਾ ਉਹਨਾਂ ਨੇ ਕੀਤਾ ਨਾ, ਹੁਣ ਭਾਈ ਮਰਦਾਨਾ ਜੀ ਵੀ ਬੜੇ ਪਿਆਰ 'ਚ ਬੈਠੇ ਵੇਖ ਰਹੇ ਆ ਵੀ ਇਹ ਤੇ ਉਹ ਰੂਹਾਂ ਨੇ ਜਿਹੜੀਆਂ ਅੰਦਰੋਂ ਜੁੜੀਆਂ ਹੋਈਆਂ ਨੇ। ਜੇ ਉਹ ਜੁੜੇ ਨਾ ਹੁੰਦੇ, ਉਹਨਾਂ ਕੀ ਕਹਿਣਾ ਸੀ? ਇੰਦਰ ਸੈਨ ਨੇ ਕਹਿਣਾ ਸੀ ਮਹਾਰਾਜ ਮੇਰਾ ਮਾਮਾ ਰਾਜਾ ਹੈ, ਸਾਨੂੰ ਵੀ ਦਵਾ ਦਿਓ ਰਾਜ, ਕਰ ਦਿਓ ਅਰਦਾਸ, ਰਾਜ ਮਿਲ ਜੇ ਸਾਨੂੰ, ਕਰ ਦਿਓ ਕੋਈ ਬਚਨ, ਕੋਈ ਜੰਗ ਜੁਗ ਜਿੱਤ ਜੀਏ ਜੀ, ਵੱਡੇ ਹੋ ਜੀਏ, ਰਾਜੇ ਮਹਾਰਾਜੇ ਬਾਦਸ਼ਾਹ ਬਣ ਜੀਏ। ਤੇ ਭਾਈ ਝੰਡੇ ਨੇ ਕਹਿਣਾ ਸੀ ਮਹਾਰਾਜ ਹੁਣ ਮੈਂ ਇੱਕ ਮੰਜੀ ਬਣਾਉਣਾ, ਮੇਰੀ ਵੱਡੀ ਦੁਕਾਨ ਹੋ ਜਾਏਗੀ। ਕੀ ਮੰਗਦੇ ਆ? ਕਹਿੰਦੇ ਸੰਤ ਜੀ ਐਸਾ ਗਿਆਨ ਦੇ ਦਿਓ, ਐਸੀ ਸਮਝ ਦੇ ਦਿਓ, ਆਪਣੇ ਆਪ ਨੂੰ ਸਮਝ ਸਕੀਏ। ਹਰਕ ਸ਼ੌਂਕ ਕੈ ਦੁੰਦ ਬਹੀਨਾ, ਜੋ ਕੇ ਮਲ ਤੇ ਹੈ ਨ ਮਲੀਨਾ। ਇੰਨੀ ਨਿਮਰਤਾ ਮਨ ਵਿੱਚ ਆਈ, ਅੱਖਾਂ 'ਚੋਂ ਹੰਝੂ ਦੋਨਾਂ ਦੇ ਆਏ। ਮਹਾਰਾਜ ਮਨ ਸਾਡਾ ਮੈੜਾ ਹੈ, ਇਹਦਾ ਕੋਈ ਪਤਾ ਨਹੀਂ, ਕਦੋਂ ਕੀ ਸੋਚਦਾ ਹੈ, ਕਦੋਂ ਕੀ ਕਰਦਾ ਹੈ, ਕਦੋਂ ਕੀ ਕਹਿੰਦਾ ਹੈ। ਤਰਸ ਤਰਸ ਕਰੋ, ਤਰਸ ਕਰੋ, ਚਰਨਾਂ ਤੇ ਲੱਗੇ ਹੋਏ। ਕਿਰਪਾ ਕਰਕੇ ਅੱਜ ਗਿਆਨ ਸਾਡੀ ਝੋਲੀ ਪਾ ਦਿਓ। ਗਿਆਨ ਏਡੀ ਵੱਡੀ ਦਾਤ ਹੈ, ਜਿਹਦੇ ਕੋਲ ਗਿਆਨ ਆ ਗਿਆ। ਹੁਣ ਸਾਹਮਣੇ ਪਿਆ ਚਿੱਕੜ, ਤੇ ਜਿਹਨੂੰ ਸਮਝ ਆ ਨਾ, ਉਹ ਕਹਿੰਦਾ ਕੋਈ ਗੱਲ ਨਹੀਂ, ਮੈਂ ਚਿੱਕੜ ਵਿੱਚ ਦੀ ਨਹੀਂ ਲੰਘਣਾ, ਗੱਡੀ ਵੀ ਖਰਾਬ ਹੋਊ, ਹੱਥ ਪੈਰ ਵੀ ਖਰਾਬ ਹੋਣਗੇ, ਨੁਕਸਾਨ ਵੀ ਹੋ ਸਕਦਾ, ਮੈਂ ਉੱਪਰ ਦੀ ਘੁੰਮ ਕੇ ਆ ਸਕਦਾ, ਤੇਲ ਦਾ ਕੀ ਰੋਲ ਹੈ? ਸਾਫ ਤੇ ਹਨ। ਇੱਕ ਗਿਆਨ ਆ ਨਾ, ਇੱਕ ਸਮਝ ਆ। ਤੇ ਹੁਣ ਮੇਰੇ ਵਰਗਾ ਗਿਆਨੀ ਰਿਸਕ ਲਵੇ ਵੀ ਜਾਊਂਗਾ ਚਿੱਕੜ ਚੋਰੀ,
ਲਿਬੜ ਗਿਆ। ਲੋਕੀ ਕਹਿੰਦੇ ਭਾਈ ਤੈਨੂੰ ਚੰਗਾ ਭਲਾ ਪਤਾ ਸੀ ਰਸਤਾ ਖਰਾਬ ਹੈ, ਪਰਾਂ ਦੀ ਆ ਜਾਂਦਾ। ਕਿੱਥੇ ਆ ਗਿਆਨ? ਹੁਣ ਆਪਣਾ ਨੁਕਸਾਨ ਕਰ ਗਿਆ ਨਾ, ਹਉਮੈ ਵਾਲਾ ਚਿਕੜਾ ਲੱਗ ਗਿਆ। ਤੇ ਜਿਹਦੇ ਕੋਲ ਰੱਬ ਦਾ ਗਿਆਨ ਆ ਗਿਆ ਨਾ, ਉਹ ਜਾਣਦਾ ਹੈ ਮੈਂ ਦੁਨੀਆ ਦੇ ਲੈਵਲ ਦਾ ਬੰਦਾ ਹੀ ਨਹੀਂ, ਮੈਂ ਲੋਕਾਂ ਦੀ ਔਗਣ ਕਿਉਂ ਫੋਲਾਂ, ਮੇਰੇ ਕਿਹੜਾ ਕੰਮ ਆਉਣੇ, ਮੈਂ ਕਿਸੇ ਦੀਆਂ ਗੱਲਾਂ ਕਿਉਂ ਕਰਾਂ, ਕਿਸੇ ਦੀਆਂ ਗੱਲਾਂ ਮੇਰੇ ਕੀ ਕੰਮ ਆਉਣਗੀਆਂ, ਮੇਰਾ ਕੀ ਸਵਾਰਨਗੀਆਂ। ਲੋਕਾਂ ਦੀ ਨਿੰਦਿਆ, ਲੋਕਾਂ ਦੀ ਬੁਰਾਈ ਮੇਰੇ ਕਿਸੇ ਕੰਮ ਆ ਸਕਦੀ ਹੈ ਜੀ? ਤੁਹਾਡੇ ਆਜੂਗਾ ਨਹੀਂ ਨਾ। ਇਹੀ ਤੇ ਮਰਦ ਦੱਸਦੇ ਆ, ਕਹਿੰਦੇ ਛੱਡ ਪਰਾਂ ਭਾਈ ਲੋਗਨ ਕੀ ਚਤਰਾਈ ਉਪਮਾ ਤੇ ਵੈ ਸੰਤਰ ਡਾਰ, ਕੋਈ ਭਲਾ ਕਹੋ ਕੋਈ ਬੁਰਾ ਕਹੋ, ਹਮ ਤੋਂ ਤਨ ਦਿਓ ਹੈ ਡਾਰ। ਲੋਕਾਂ ਦੀਆਂ ਚਲਾਕੀਆਂ ਛੱਡਦੇ, ਗੱਲਾਂ ਛੱਡਦੇ, ਕੋਈ ਮਾੜਾ ਕਹਿੰਦਾ ਆਖੇ, ਕੋਈ ਚੰਗਾ ਕਹਿੰਦਾ ਕਹੀ ਜਾਵੇ, ਫਰਕ ਨਾ ਪਵੇ। ਇਸ ਅਵਸਥਾ ਤੇ ਬੈਠੇ ਨੇ ਦੋਨੇ ਸੱਜਣ, ਪਰ ਉਹ ਤਰਲਾ ਕਰਦੇ ਨੇ ਉਸ ਰੱਬ ਨਿਰੰਕਾਰ ਦਾ, ਪਿਆਰਿਆ ਸਾਨੂੰ ਆਪਣਾ ਰੂਪ ਬਣਾਉਣਾ ਹੈ, ਇਸ ਰੂਪ ਤੋਂ ਖਹਿੜਾ ਛੁਡਾ ਦਿਓ ਕਿ ਤੂੰ ਅੱਕ ਚੁੱਕੇ ਹਾਂ। ਸੁਣ ਕਰ ਬਿਨੈ ਦੀਨ ਦੁਖ ਗੰਜਨ, ਬੋਲੇ ਹੇਤ ਭਗਤ ਪਰਮ ਭੰਜਨ। ਭਰਮਾਂ ਨੂੰ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਹਨਾਂ ਦੇ ਪਿਆਰ ਦੀ ਬੇਨਤੀ ਨੂੰ ਸੁਣ ਕੇ ਨਾ ਬੜੇ ਅਦਬ ਨਾਲ ਕਹਿੰਦੇ ਉਪਦੇਸ਼ ਦੇ ਰਹੇ ਆ, ਮੰਨੋਗੇ, ਕਮਾ ਲਓਗੇ? ਕਹਿੰਦੇ ਹਾਂਜੀ। ਵੇਖੋ ਵਸਤੂ ਉਹਨੂੰ ਦੇਣ ਦਾ ਫਾਇਦਾ ਹੁੰਦਾ ਜਿਹੜਾ ਉਹਦੀ ਕਦਰ ਕਰੇ। ਬਾਣੀ ਲਿਖਦੀ ਹੈ ਬਿਨ ਗੁਣ ਗਾਹਕ ਵੇਚੀਐ ਤਉ ਗੁਣ ਸਹਿ ਜਾਏ, ਗੁਣ ਕਾ ਗਾਹਕ ਜੇ ਮਿਲੈ ਤਉ ਗੁਣ ਲੱਖ ਰੁਪਏ। ਕੋਈ ਬੰਦਾ ਬਾਣੀ ਸਿੱਖਣੀ ਨਹੀਂ ਚਾਹੁੰਦਾ, ਧੱਕੇ ਨਾਲ ਕੁੱਟ-ਕੁੱਟ ਸਿਖਾਈ ਚਲੋ ਫਾਇਦਾ ਹੈ, ਕਦਰ ਜਾਣੂ ਤੁਹਾਡੀ। ਇੱਕ ਤਰਲੇ ਕਰਦਾ ਫਿਰਦਾ ਮੈਨੂੰ ਜਪਜੀ ਸਾਹਿਬ ਸਿਖਾ ਦਿਓ, ਸਿਖਾ ਵੀ ਦੋਗੇ ਨਾ। ਜਿੱਦਣ ਉਹਨੇ ਤੁਹਾਡੇ ਤੋਂ ਅੱਖਰ ਸਿੱਖ ਲਏ, ਜਦ ਵੀ ਉਹ ਬਾਣੀ ਪੜੂਗਾ ਤੁਹਾਡੀ ਅਰਦਾਸ ਕਰੂ, ਸੱਚੇ ਪਾਤਸ਼ਾਹ ਮੈਨੂੰ ਜਿਸ ਸੱਜਣ ਨੇ ਤੇਰੇ ਨਾਲ ਜੋੜਿਆ ਉਹਦਾ ਵੀ ਭਲਾ ਕਰੇ। ਹੁਣ ਕੋਈ ਨਿਆਣਾ ਸਾਡਾ ਉਹ ਪੜ੍ਹਨਾ ਨਹੀਂ ਚਾਹੁੰਦਾ, ਧੱਕੇ ਨਾਲ ਪੜਾਇਆ ਹੋਇਆ, ਫਿਰ ਇੰਜੀਨੀਅਰ ਲੱਗ ਗਿਆ ਨੌਕਰੀ ਤੇ, 12-1 ਵਜੇ ਤੱਕ ਉਠਾਉਣਾ ਪੈਂਦਾ, ਭਾਈ ਉੱਠ ਜਾ ਦੁਨੀਆ ਕੰਮ ਤੇ ਗਈ, ਤੂੰ ਕਿਉਂ ਮੁੰਡੇ ਤੋੜ? ਕਿਉਂਕਿ ਬਿਨਾ ਕਦਰ ਤੋਂ ਵਿਦਿਆ ਉਹਨੇ ਕਦਰ ਨਹੀਂ ਪਾਈ। ਜਿਹਨੇ ਚਾਹ ਕੇ ਪੱਲੇ ਤੋਂ ਖਰਚੇ ਕਰਕੇ ਪੈਦਲ ਜਾ ਕੇ ਬੱਸਾਂ ਪਿੱਛੇ ਲਟਕ ਕੇ ਜਿਹੜੇ ਪੜ੍ਹੇ ਨਾ, ਅੱਜ ਚੰਗੇ ਰੁਤਬਿਆਂ ਤੇ ਬੈਠੇ, ਕਿਉਂਕਿ ਉਹਨਾਂ ਨੂੰ ਕਦਰ ਸੀ ਮੈਂ ਇਹ ਸਿੱਖ ਕੇ ਕੁਝ ਕਰ ਗੁਜ਼ਰਨਾ, ਕੁਝ ਕਰਕੇ ਵਿਖਾਉਣਾ ਏ। ਹੁਣ ਇੱਕ ਇਨਸਾਨ ਉਹ ਹੈ ਜਿਹਨੂੰ ਕਦਰ ਹੀ ਕੋਈ ਨਹੀਂ, ਉਹਨੂੰ ਅੰਮ੍ਰਿਤ ਵੀ ਛਕਾ ਦੋ, ਉਹਨੇ ਉੱਠਣਾ ਹੀ ਨਹੀਂ ਸਵੇਰੇ, ਨਾ ਉਹਨੇ ਨਿਤਨੇਮ ਕਰਨਾ, ਨਾ ਉਹ ਲੋੜ ਹੈ ਕੋਈ। ਕਹਿੰਦਾ ਲੈ ਯਾਰ ਬਾਬੇ ਨੇ ਵੀ ਜਾ ਚੜਾਤਾ, ਮਾਤਾ ਅੰਮ੍ਰਿਤ ਛਕਣ ਕੇ ਮੈਨੂੰ ਕਹਿੰਦੇ ਪੁੱਤ ਤੂੰ ਵੀ ਗਾਤਰਾ ਖਰੀਦ ਲਾ, ਤੂੰ ਵੀ ਛਕ ਲਾ, ਕਿੰਨੀ ਕਦਰ ਕਰ। ਇੱਕੋ ਜਿਹਨੇ ਆਪ ਮਨ ਬਣਾਇਆ ਮੈਂ ਗੁਰੂ ਦੀ ਕਿਰਪਾ ਨਾਲ ਗੁਰੂ ਕੇ ਜਹਾਜ਼ੇ ਚੜ੍ਹਨਾ ਹੈ, ਅੰਮ੍ਰਿਤ ਵੇਲੇ ਜਾਗਦਾ ਹੈ, ਬੰਦਗੀ ਕਰਦਾ ਹੈ, ਨਿਤਨੇਮ ਕਰਦਾ ਹੈ, ਨਾਮ ਜਪਦਾ, ਕਿਉਂਕਿ ਉਹ ਕਦਰ ਦਾ ਉਹ ਕਦਰਦਾਨ ਹੈ। ਅਣਜਾਣ ਬੰਦੇ ਨੂੰ ਸੋਨਾ ਦੇ ਦਿਓ ਉਹਦੇ ਲਈ ਕੀ ਹੈ, ਕੱਖ ਵੀ ਨਹੀਂ, ਹੀਰਾ ਦੇ ਦਿਓ ਪੱਥਰ ਹੈ ਉਹਦੇ ਲਈ, ਪਰ ਕਦਰਦਾਨ ਨੂੰ ਦੇ ਦਿਓ ਸੰਭਾਲ ਕੇ ਰੱਖਦਾ, ਕਹਿੰਦਾ ਬੜਾ ਮਹਿੰਗਾ। ਗੁਰੂ ਸਾਹਿਬ ਨੇ ਵੇਖਿਆ ਵੀ ਇਹ ਕਦਰਦਾਨ ਹਨ, ਉਪਦੇਸ਼ ਲੈਣਾ ਚਾਹੁੰਦੇ ਆ। ਮੇਰੇ ਬਾਬਾ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਜਿਨ੍ਹਾਂ ਨੇ ਕਿਹਾ ਅਸੀਂ ਕੁਝ ਸਿੱਖਣਾ ਚਾਹੁੰਦੇ ਹਾਂ, ਕੁਝ ਕਰਮਾਂ ਕਰਕੇ ਸਿੱਖਣਾ ਚਾਹੁੰਦੇ ਸੀ, ਕੁਝ ਬਿਰਤੀ ਕਰਕੇ ਸਿੱਖਣਾ ਚਾਹੁੰਦੇ ਸੀ, ਕੁਝ ਹੱਥ ਜੋੜ ਕੇ ਮਿਹਨਤ ਕਰਕੇ ਸਿੱਖਣਾ ਚਾਹੁੰਦੇ ਸੀ। ਕਦੇ ਵੀ ਮਰਦ ਨੇ ਕਿਸੇ ਨੂੰ ਧੱਕੇ ਨਾਲ ਨਹੀਂ ਸਿਖਾਇਆ। ਜਿਹਦੇ ਅੰਦਰ ਕੋਈ ਪੂਰਬਲੇ ਜਨਮ ਦੀ ਚਾਹਤ ਵੀ ਪਈ ਹੈ ਨਾ, ਵੀ ਕਿਤੇ ਨਾ ਕਿਤੇ ਉਹ ਤਰਨਾ ਚਾਹੁੰਦਾ ਸੀ, ਮਿਲਣਾ ਚਾਹੁੰਦਾ ਸੀ, ਭਾਵੇਂ ਉਹ ਕੌਡਾ ਰਾਖਸ਼, ਉਹਦੇ ਅੰਦਰ ਇੱਕ ਚਾਹਤ ਸੀ ਨਾ ਵੀ ਮੇਰੇ ਗੁਰੂ ਨੇ ਮੈਨੂੰ ਕਿਹਾ ਇੱਕ ਸਮਾਂ ਆਏਗਾ ਗੁਰੂ ਨਾਨਕ ਆਉਣਗੇ ਤੈਨੂੰ ਤਾਰ ਜਾਣਗੇ, ਉਸੇ ਚਾਹਤ ਕਰਕੇ ਆਪਣੇ ਮਾੜੇ ਕੰਮ ਕਰੀ ਜਾਂਦਾ ਸੀ। ਚਾਹਤ ਸੀ, ਚਾਹਤ ਦੋਨਾਂ ਦੇ ਅੰਦਰ ਵੇਖੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ। ਸਤਿਗੁਰ ਕਹਿੰਦੇ ਬਚਨ ਕਮਾਓਗੇ, ਪਹਿਲਾ ਬਚਨ ਕਰੋ, ਪੱਕਾ ਬਚਨ ਕਰੋ ਵੀ ਜੋ ਕਹੋਗੇ ਸਿਰ ਮੱਥੇ ਪ੍ਰਵਾਨ ਕਰੋ। ਮਰਦ ਕਹਿੰਦੇ ਸੋਚ ਲਓ ਤੁਹਾਡੇ ਕੋਲ ਵਕਤ ਹੈ, ਕੱਲ੍ਹ ਨੂੰ ਨਾ ਕਹਿ ਦਿਓ ਵੀ ਮਰਦ ਆਹ ਗੱਲ ਤੇ ਆਪਣੀ ਹੋਈ ਨਹੀਂ ਸੀ, ਤੁਸੀਂ ਏਦਾਂ ਕਿਵੇਂ ਕਹਿ ਦਿੱਤਾ। ਜਰਨਾ ਵੀ ਸਿੱਖਣਾ, ਸਹਿਣਸ਼ੀਲਤਾ ਵੀ ਸਿੱਖਣਾ। ਗੁਰੂ ਜੀ ਨੇ ਬਚਨ ਲਿਆ, ਕਹਿੰਦੇ ਦੱਸੋ ਉਪਦੇਸ਼ ਦੇਣ ਤੋਂ ਪਹਿਲਾਂ ਕੁਝ ਦੇਣਾ ਪੈਂਦਾ ਏ। ਆਨੰਦ ਮੈਂ ਚਾਹੋ ਜੇ ਮਗਨ, ਨਿਜ ਸਰੂਪ ਕੀ ਲਿਵ ਕੋ ਲਗਨ। ਕੀ ਆਪਣੇ ਸਰੂਪ ਦੀ ਲਿਵ ਲਾਉਣੀ ਚਾਹੁੰਦੇ ਹੋ, ਆਪਣੇ ਆਪ ਦੀ ਗਿਆਨ ਆਨੰਦ ਵਿੱਚ ਭੇਜਣਾ ਚਾਹੁੰਦੇ ਹੋ? ਹੱਥ ਜੋੜ ਕੇ ਕਹਿੰਦੇ ਜੀ ਹਜ਼ੂਰ, ਬਿਲਕੁਲ ਇਹੀ ਤੇ ਸਿੱਖਣਾ ਆਏ ਆ, ਇਹੀ ਤੇ ਮੰਗਣਾ ਆਏ ਆ। ਜਿਹੜਾ ਬੱਚਾ ਪੜ੍ਹਨ ਵਾਲਾ ਉਹਨੂੰ ਟਿਊਸ਼ਨ ਦੀ ਲੋੜ ਨਹੀਂ ਪੈਂਦੀ। ਕਦੇ ਟਿਊਸ਼ਨ ਤੇ ਕੌਣ ਜਾਂਦੇ ਆ? ਮਾਤਰ ਭਾਈ। ਜਿਹੜੇ ਸਕੂਲ 'ਚ ਨਹੀਂ ਪੜ੍ਹ ਕੇ ਆਏ ਤੇ 1 ਘੰਟੇ 'ਚ ਕੀ ਸਵਾਲ ਆਉਣਗੇ? ਕਰ ਸਕਦੇ ਆ ਕੁਛ? ਗਰੀਬਾਂ ਦੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਅੱਜ ਵੀ ਕਿੱਥੇ ਨੰਬਰ ਲੈ ਰਹੇ, ਕਿਹੜੇ ਗ੍ਰੇਡ ਤੇ ਸਕੇਲ ਤੇ ਪਹੁੰਚ ਗਏ। ਇੱਕ ਸਾਡੇ ਵਾਲਾ ਲਾਣਾ ਵੀ ਹੈ
ਸਕੂਲ ਵੀ ਟਾਈਮ ਪਾਸ ਹਿਸਾਬ ਕਿਤਾਬ ਜਾ ਕਰਕੇ ਆ ਜਾਂਦੇ, ਘਰੇ ਆਉਂਦੇ ਆ, ਘਰ ਦੇ ਕਹਿੰਦੇ ਬੰਦ ਕਰੋ ਟੀਵੀ, ਚੱਲ ਟਿਊਸ਼ਨ ਦੇ ਮਾਂਜਾ ਮਾਰ ਕੇ ਉੱਥੇ ਆ ਕੇ ਫੇਰ ਗੇਮਾਂ ਤੇ ਲੱਗ ਗਏ। ਉਹਨਾਂ ਕੀ ਮੱਕੀ ਕੱਢਣੀ, ਕੀ ਕਰ ਲੈਣਾ ਉਹਨਾਂ ਨੇ? ਜਿਹੜਾ ਸਕੂਲ 'ਚ ਨਹੀਂ ਪੜ੍ਹ ਸਕਿਆ, ਟਿਊਸ਼ਨ 'ਚ ਕੀ ਪੜ੍ਹੂਗਾ? ਜਿਹੜਾ 8 ਘੰਟਿਆਂ 'ਚ ਨਹੀਂ ਸਮਝ ਸਕਿਆ 6 'ਚ, ਇਹਨੂੰ 6 ਘੰਟਿਆਂ ਦੀ ਸਮਝ ਨਹੀਂ ਆਈ, 1 ਘੰਟੇ 'ਚ ਡੀਸੀ ਲੱਗ ਲੂ। ਜਿਹਨੂੰ ਸਮਝ ਆ ਨਾ ਅੰਦਰੋਂ, ਉਹ ਘਰੇ ਬੈਠਾ ਵੀ ਨਾ ਰਾਤ ਨੂੰ ਸੋਵੇ ਨਾ ਦਿਨੇ ਸੋਵੇ, ਇਕੱਲਾ ਹੀ ਪੜ੍ਹਦਾ ਰਹਿੰਦਾ, ਇੰਟਰਨੈਟ 'ਤੇ ਸਰਚ ਕਰਦਾ ਰਹਿੰਦਾ, ਇਹਨੂੰ ਕਿੱਦਾਂ ਪੜ੍ਹਾਂ, ਆਹ ਅਸਾਈਨਮੈਂਟ ਕਿੱਦਾਂ ਬਣਾ ਲਵਾਂ, ਆਹ ਕਿਵੇਂ ਕਰਨਾ, ਦਿਨ ਰਾਤ ਲੱਗਿਆ, ਬੋਲਦਾ ਹੀ ਨਹੀਂ ਕਿਸੇ ਨਾਲ, ਜਾਂਦਾ ਹੀ ਨਹੀਂ ਕਿਸੇ ਕੋਲੇ, ਹਰ ਵੇਲੇ ਚਾਹ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬਚਨ ਲੈ ਲਿਆ, ਕਹਿੰਦੇ ਬਚਨ ਦੇ ਦਿਓ, ਫਿਰ ਮੁਕਰ ਨਾ ਜਾਇਓ, ਫਿਰ ਬਦਲ ਨਾ ਜਾਇਓ। ਓ ਪ੍ਰਥਮੇ ਗੁਰ ਦਰਸ਼ਨਾ ਦੀਜੈ, ਆਛੇ ਸਰਵਨ ਗਿਆਨ ਕੋ ਕੀਜੈ। ਸਤਿਗੁਰ ਕਹਿੰਦੇ ਪਹਿਲੀ ਸ਼ਰਤ, ਗਿਆਨ ਪਿੱਛੋਂ ਦੇਾਂਗੇ, ਬਾਅਦ ਵਿੱਚੋਂ ਦੇਾਂਗੇ, ਪਹਿਲਾਂ ਕੋਈ ਭੇਟਾ ਦਿਓ। ਦਛਣਾ, ਗੁਰੂ ਧਾਰਨ ਦੀ ਦਛਣਾ ਹੁੰਦੀ ਹੈ। ਦੁਨਿਆਵੀ ਤੌਰ ਤੇ ਕੋਈ ਕਿਸੇ ਨੂੰ ਗੁਰੂ ਬਣਾ ਲਵੇ, ਕਿਸੇ ਨੇ ਮੋਟਰਸਾਈਕਲਾਂ ਦਾ ਕੰਮ ਸਿੱਖਿਆ, ਕਿਸੇ ਨੇ ਕੋਈ ਸਿੱਖ ਲਿਆ, ਕੋਈ ਲੱਕੜ ਵਾਲੇ ਕੋਲ ਲੱਗ ਗਿਆ, ਪਹਿਲਾਂ ਭੇਟਾ ਦੇ ਆ ਗੁਰੂ ਧਾਰਨ। ਕਿਸੇ ਨੇ ਪਾਠ ਸਿੱਖਣਾ, ਉਹ ਵੀ ਸਤਿਕਾਰ ਕਰਦਾ, ਇੱਕ ਤੋਹਫਾ, ਗੁਰੂ ਵੇਖਦਾ ਵੀ ਸਿੱਖਣ ਦੇ ਲਾਇਕ ਹੈ। ਮਹਾਰਾਜ ਕਹਿੰਦੇ ਉਹ ਦਿਓ ਜੋ ਤੁਹਾਡੇ ਲਈ ਕੁਛ ਵੀ ਨਹੀਂ ਤੇ ਸਭ ਕੁਛ ਵੀ ਹੈ। ਦੋ ਗੱਲਾਂ ਵੇ, ਸਾਨੂੰ ਉਹ ਚੀਜ਼ ਦੇ ਦਿਓ ਜਿਹਦੇ ਬਿਨਾ ਤੁਸੀਂ ਰਹਿ ਨਾ ਸਕਦੇ ਹੋ, ਉਹ ਚੀਜ਼ ਦਿਓ ਭੇਟਾ 'ਚ। ਗੁਰੂ ਨੇ ਮੰਗਿਆ ਤੇ ਸਾਨੂੰ ਅੰਮ੍ਰਿਤ ਦੀ ਦਾਤ ਦੇਣ ਵੇਲੇ ਗੁਰੂ ਕਲਗੀਧਰ ਨੇ ਕੀ ਮੰਗਿਆ? ਕਹਿੰਦੇ ਸਿੱਖਾ ਸਿਰ ਦੇਗਾ। ਉਦੋਂ ਤੇ ਸਾਰਿਆਂ ਨੂੰ ਇਸ ਕਿਤੇ 5 ਪਿਆਰੇ ਬਾਹਰੇ ਨਾ ਕਰ ਦੇਣ, ਹਾਂਜੀ ਹਾਂਜੀ ਬਾਬਾ ਜੀ ਮੇਰਾ ਸਿਰ ਲੈ ਲਓ ਜੀ, ਮੈਨੂੰ ਅੰਮ੍ਰਿਤ ਛਕਾ ਦਿਓ। ਤੇ ਅੱਜ ਜੇ ਕੋਈ ਆਖੇ ਵੀ ਭਾਈ 2 ਘੰਟੇ ਰੌਲ ਤੇ ਬਹਿਣਾ ਬੈਠੇਗਾ, ਕਹਿੰਦਾ ਬਾਬਾ ਜੀ ਹੱਦ ਹੋ ਗਈ, ਪੈਸੇ ਤੁਸੀਂ ਇਕੱਠੇ ਕਰੋ, ਪਾਠ ਤੇ ਸਾਨੂੰ ਬਿਠਾਉਂਦੇ ਹੋ ਨਾ ਜੀ, ਮੈਂ ਤੇ ਕੰਮ ਜਾਣਾ, ਮੇਰੇ ਕੋਲ ਸਮਾਂ ਨਹੀਂ ਹੈ। ਉੱਥੇ ਤੇ ਵੱਡੇ ਵੱਡੇ ਦਾਅਵੇ ਕਰਦਾ ਸੀ 5 ਪਿਆਰਿਆਂ ਕੋਲੇ, ਹਾਂਜੀ ਵਾਹਿਗੁਰੂ ਜੀ ਮੈਂ ਸੀਸ ਦਿਆਂਗਾ, ਦੇ ਸਕਦਾ? ਤੱਕ ਕੀਤੀ ਕੋਈ। ਸਤਿਗੁਰ ਕਹਿੰਦੇ ਦਿਓ, ਫਿਰ ਆਪਣਾ ਸਭ ਕੁਝ ਸਾਨੂੰ ਸੌਂਪ ਦਿਓ। ਲਖਨੋ ਜਗਤ ਸਤ ਸਭ ਸਾਰੋ, ਜਾਤੇ ਹਾਂ ਸਭ ਹਮ ਕੋ ਦੇ ਡਾਰੋ। ਮਰਦ ਕਹਿੰਦੇ ਪਹਿਲਾ ਗਿਆਨ ਦਾ ਗੁਣ ਵੀ ਇਹ ਦੁਨੀਆ ਝੂਠੀ ਹੈ, ਜੋ ਕੁਝ ਤੁਹਾਡੇ ਕੋਲੇ ਆ ਸਾਨੂੰ ਦੇ ਦਿਓ। ਭਾਈ ਝੰਡੇ ਨੇ ਵੀ ਮਨ 'ਚ ਸੋਚਿਆ, ਇੰਦਰ ਸੈਨ ਨੇ ਵੀ ਸੋਚਿਆ, ਦੁਨੀਆ ਝੂਠੀ ਹੈ, ਦੁਨੀਆ 'ਚ ਕੀ ਕੁਝ ਆ ਗਿਆ? ਪਤੀ ਪਤਨੀ, ਘਰ, ਬੱਚੇ, ਪਰਿਵਾਰ, ਮਾਇਆ, ਜ਼ਮੀਨ ਜਾਇਦਾਦ, ਇਹੀ ਦੁਨੀਆ ਹੈ। ਹਰ ਬੰਦੇ ਦੀ ਦੁਨੀਆ ਆਪਣੀ ਆਪਣੀ, ਕਿਸੇ ਦੀ ਦੁਨੀਆ ਦੇ ਦੋਸਤ ਨੇ, ਕਿਸੇ ਦੀ ਦੁਨੀਆ ਦੀ ਪਤਨੀ ਹੈ, ਕਿਸੇ ਦੀ ਦੁਨੀਆ ਦੇ ਮਿੱਤਰ ਨੇ, ਕਿਸੇ ਦੀ ਦੁਨੀਆ ਰਿਸ਼ਤੇਦਾਰ ਹੈ, ਕਿਸੇ ਦੀ ਦੁਨੀਆ ਰਾਜਨੀਤੀ ਪਰਿਵਾਰ ਹੈ। ਮਨ 'ਚ ਸੋਚਿਆ ਵੀ ਆਪਾਂ ਘਰ ਤੋਂ ਕੀ ਲੈਣਾ, ਗਿਆਨ ਲੈਣਾ ਨਾ ਗੁਰੂ ਦਾ। ਸਤਿਗੁਰ ਕਹਿੰਦੇ ਸੌਂਪ ਦਿਓ, ਕਹਿੰਦੇ ਮਹਾਰਾਜ ਘਰ-ਬਾਰ ਪਰਿਵਾਰ ਅੱਜ ਤੋਂ ਸਭ ਕੁਝ ਤੇਰਾ, ਆਖੋ ਸਤਿਨਾਮ। ਬਚਨ ਹੀ ਹੁੰਦਾ ਸਾਰਾ ਕੁਝ, ਜੇ ਬਚਨ ਕਰਕੇ ਮੁੱਕਰ ਗਿਆ ਤੇ ਸਿੱਖ ਕਰਦਾ। ਸੋ ਸਮਾਂ ਸਮਾਪਤ ਹੈ, ਬਹੁਤ ਵੱਡਾ ਬਚਨ ਕਹਿੰਦਾ। ਘਰ-ਬਾਰ ਛੋਟੀ ਚੀਜ਼ ਹੈ ਜੀ, ਪਿੱਛੇ ਬੱਚੇ ਪਰਿਵਾਰ ਸਭ ਕੁਝ ਆ ਗਿਆ, ਦੌਲਤ ਸ਼ੌਹਰਤ ਜ਼ਿੰਦਗੀ ਸਭ ਕੁਝ ਵਿੱਚ ਹੀ ਆ ਗਿਆ। ਕਹਿੰਦੇ ਬਾਬਾ ਜੀ ਉਪਦੇਸ਼ ਦੇ ਦਿਓ, ਘਰ ਪਰਿਵਾਰ ਮਾਇਆ ਸਭ ਕੁਝ ਤੁਹਾਨੂੰ ਸੌਂਪ ਰਿਹਾ। ਅੱਗੇ ਜੋ ਕੁਝ ਵੀ ਹੋਊਗਾ ਸਤਿਗੁਰਾਂ ਦੀ ਕਿਰਪਾ ਨਾਲ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।